ਹੈਲੋ ਐਂਡ ਵੈਲਕਮ ਟੂ ਪੰਜਾਬ ਪੀਸੀਐਸ। ਸੋ ਪੰਜਾਬ ਪੀਸੀਐਸ ਆਪਾਂ ਅੱਜ ਇੰਡੀਅਨ ਪੋਲਿਟੀ ਸਟਾਰਟ ਕਰਨ ਜਾ ਰਹੇ ਹਾਂ। ਸੋ ਬਹੁਤ ਜ਼ਿਆਦਾ ਡਿਮਾਂਡ ਸੀ। ਇਹ ਇੱਕ ਐਜ਼ ਅ ਡੈਮੋ ਵੀਡੀਓ ਤੁਹਾਨੂੰ ਦਿਸੂਗੀ। ਇਹਦੇ ਵਿੱਚ ਆਡੀਓ ਕਲਿੱਪਸ ਜਿਵੇਂ ਕਿ ਆਪਾਂ ਇਹ ਪੀਪੀਟੀ ਰਾਹੀਂ ਪੜ੍ਹ ਰਹੇ ਹਾਂ ਅਤੇ ਬਾਕੀ ਤੁਹਾਨੂੰ ਵੀਡੀਓ ਵੀ ਇਹਦੇ ਨਾਲ ਅਟੈਚ ਮਿਲੂਗੀ, ਉਹ ਵੀ ਆਪਾਂ ਪੜ੍ਹਾਂਗੇ। ਸੋ ਯੂਪੀਐਸਸੀ ਬੇਸਡ ਆਪਾਂ ਇੰਡੀਅਨ ਪੋਲਿਟੀ ਪੂਰੀ ਡਿਟੇਲ ਦੇ ਵਿੱਚ ਕਰਨੀ ਹੈ। ਤੁਸੀਂ ਦੁਨੀਆ ਦਾ ਕੋਈ ਵੀ ਐਗਜ਼ਾਮ ਦੇ ਦਿਓ ਜਿਹਦੇ ਵਿੱਚ ਇੰਡੀਅਨ ਪੋਲਿਟੀ ਬਾਰੇ ਪੁੱਛਿਆ ਜਾਊਗਾ ਤਾਂ ਤੁਸੀਂ ਇਹਨਾਂ ਵੀਡੀਓ ਲੈਕਚਰ 'ਚੋਂ ਬਹੁਤ ਜ਼ਿਆਦਾ ਫਾਇਦਾ ਚੱਕ ਸਕਦੇ ਹੋ। ਸੋ ਪੰਜਾਬ ਪੀਸੀਐਸ ਦਾ ਚੈਨਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਬੈਲ ਆਈਕਨ ਦਬਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਰੇਸ ਅਕੈਡਮੀ ਵਿਜ਼ੂਅਲ 'ਤੇ ਵੀ ਮੈਂ ਇਹ ਜਿਹੜੀ ਵੀਡੀਓ ਪਾ ਰਿਹਾ ਹੈਗਾ, ਉੱਥੇ ਛੋਟੇ ਐਗਜ਼ਾਮ ਦੀ ਤਿਆਰੀ ਹੁੰਦੀ ਹੈ ਅਤੇ ਇੱਥੇ ਪੰਜਾਬ ਪੀਸੀਐਸ ਨੂੰ ਆਪਾਂ ਸਪੈਸ਼ਲ ਲੈ ਕੇ ਆਏ ਹਾਂ। ਸੋ ਬਾਕੀ ਜਿੰਨੇ ਵੀ ਲਿੰਕ ਆ ਉਹ ਤੁਹਾਨੂੰ ਸਾਰੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਇਆ, ਤੁਸੀਂ ਉਹਨਾਂ ਵੀਡੀਓਜ਼ 'ਤੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਕਲਿੱਕ ਕਰ ਸਕਦੇ ਹੋ। ਟੈਲੀਗ੍ਰਾਮ ਗਰੁੱਪ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ, ਫੇਸਬੁੱਕ 'ਤੇ ਜ਼ਿਆਦਾ ਡਿਟੇਲ ਵਾਸਤੇ, ਠੀਕ ਹੈ। ਸੋ ਫਿਲਹਾਲ ਇਹ ਡੈਮੋ ਕਲਾਸ ਆ, ਫਿਰ ਆਪਾਂ ਯਾਨੀ ਕਿ ਤੁਸੀਂ ਮੈਨੂੰ ਡਿਟੇਲ ਪੁੱਛ ਲਿਓ, ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗਾ ਕਿ ਕਿਵੇਂ ਕਿਵੇਂ ਇੱਥੇ ਲੈਕਚਰ ਤੋਂ ਬਾਅਦ, ਇਸੇ ਲੈਕਚਰ ਤੋਂ ਬਾਅਦ ਇੱਕ ਵੀਡੀਓ ਪਾ ਦੂੰਗਾ ਕਿ ਕਿਵੇਂ ਕਿਵੇਂ ਪੇਡ ਕੋਰਸ ਚੱਲੂਗਾ, ਠੀਕ ਹੈ। ਸੋ ਫਿਲਹਾਲ ਇਹ ਡੈਮੋ ਵੀਡੀਓ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਊਗਾ ਕਿ ਆਪਾਂ ਕਿਵੇਂ ਪੜ੍ਹਨਾ ਗਾ, ਕੀ ਪੜ੍ਹਨਾ ਗਾ। ਸੋ ਆਪਾਂ ਜੇਕਰ ਗੱਲ ਕਰੀਏ ਤਾਂ ਪੂਰੇ ਪੋਲਿਟੀ ਦੇ ਵਿੱਚ ਜੇਕਰ ਤੁਸੀਂ 70 to 80% ਜਿਹੜਾ ਕਵਰ ਹੋਊਗਾ ਹਿੱਸਾ ਉਹ ਲੈਜਿਸਲੇਟਿਵ ਹੋ ਗਿਆ, ਐਗਜ਼ੀਕਿਊਟਿਵ ਹੋ ਗਿਆ ਅਤੇ ਜੁਡੀਸ਼ਰੀ ਹੋ ਗਿਆ। ਇਹ ਪੂਰੀ ਸਟੇਟ ਕਵਰ ਕਰਦੀ ਹੈ ਆਪਣੀ, ਸੈਂਟਰ ਵੀ ਅਤੇ ਆਪਣਾ ਜਿਹੜਾ ਸਟੇਟ ਦੇ ਵਿੱਚ ਆ ਜਾਂਦਾ ਗਾ। ਸੋ ਬੇਸਿਕਲੀ ਜੇਕਰ ਦੇਖਿਆ ਜਾਵੇ ਤਾਂ ਲੈਜਿਸਲੇਚਰ ਦਾ ਕੀ ਕੰਮ ਆ, ਐਗਜ਼ੀਕਿਊਟਿਵ ਦਾ ਕੀ ਕੰਮ ਆ, ਜੁਡੀਸ਼ਰੀ ਦਾ ਕੀ ਕੰਮ ਆ। ਜੇਕਰ ਆਪਾਂ ਨੂੰ ਇਹ ਪਤਾ ਲੱਗ ਜੇ, ਆਪਾਂ ਨੂੰ ਪਹਿਲੀ ਗੱਲ ਇਹੀ ਨਹੀਂ ਪਤਾ ਲੱਗਦਾ ਕਿ ਬੇਸਿਕਲੀ ਲੈਜਿਸਲੇਚਰ ਕੀ ਹੈ, ਐਗਜ਼ੀਕਿਊਟਿਵ ਕੀ ਹੈ, ਜੁਡੀਸ਼ਰੀ ਕੀ ਹੈ, ਇਹਨਾਂ ਦਾ ਬੇਸਿਕ ਕੰਮ ਕੀ ਹੈ, ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਆ, ਕੀ ਚੁਣਿਆ ਜਾਂਦਾ, ਆਪਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਆ, ਠੀਕ ਹੈ। ਬਟ ਆਪਾਂ ਇਹ ਪੜ੍ਹਾਂਗੇ ਜਿਹੜਾ ਕਿ ਤੁਹਾਨੂੰ ਹੁਣੀ ਵੀਡੀਓ ਲੈਕਚਰ ਦੇ ਵਿੱਚ ਮਿਲੂਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਾਂਗੇ, ਫਿਰ ਆਪਾਂ ਕੌਂਸਟੀਟਿਊਸ਼ਨ ਕਿਵੇਂ ਬਣਿਆ, ਮੇਕਿੰਗ ਆਫ ਕੌਂਸਟੀਟਿਊਸ਼ਨ, ਉਹਦੇ ਬਾਰੇ ਆਪਾਂ ਪੜ੍ਹਾਂਗੇ। ਤਾਂ ਹਰੇਕ ਲੈਕਚਰ ਦੇ ਵਿੱਚ ਤੁਹਾਨੂੰ ਦੋ ਟੌਪਿਕ ਆ ਜਿਹੜੇ ਉਹ ਯਾਨੀ ਕਿ ਕੰਟੀਨਿਊਸ ਚੱਲਣਗੇ। ਇੱਕ ਪਾਸੇ ਆਪਾਂ ਲੈਜਿਸਲੇਟ, ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਬਾਰੇ ਪੜ੍ਹੀ ਜਾਵਾਂਗੇ ਅਤੇ ਇੱਕ ਪਾਸੇ ਆਪਾਂ ਕੌਂਸਟੀਟਿਊਸ਼ਨ ਬਾਰੇ ਪੜ੍ਹੀ ਜਾਵਾਂਗੇ। ਤਾਂ ਹੁਣ ਲੈਜਿਸਲੇਟਿਵ, ਐਗਜ਼ੀਕਿਊਟਿਵ, ਜੁਡੀਸ਼ਰੀ 'ਤੇ ਤੁਹਾਨੂੰ ਜਿਹੜਾ ਲੈਕਚਰ ਹੈ ਉਹ ਵੀਡੀਓ 'ਤੇ ਮਿਲੂਗਾ, ਜਿਹੜਾ ਕਿ ਅਟੈਚ ਹੈ, ਜਿਹੜਾ ਕਿ ਆਪਾਂ ਹੁਣ ਸਟਾਰਟ ਕਰਨ ਜਾ ਰਹੇ ਹਾਂ। ਸੋ ਬੇਸਿਕਲੀ ਜਿਹੜਾ ਆਪਾਂ ਹੁਣ ਪੜ੍ਹਾਂਗੇ ਉਹ ਲੈਜਿਸਲੇਚਰ ਹੋ ਗਿਆ, ਐਗਜ਼ੀਕਿਊਟਿਵ ਹੋ ਗਿਆ, ਜੁਡੀਸ਼ਰੀ, ਉਹਦੇ ਬਾਰੇ ਆਪਾਂ ਪੜ੍ਹਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਮੀਨਿੰਗ ਪਤਾ ਹੋਣੀ ਚਾਹੀਦੀ ਹੈ। ਆਹ ਜਿਹੜਾ ਜੁਗਾੜ ਲੱਗਿਆ ਹੋਇਆ ਇਹ ਲੋਕਡਾਊਨ ਕਰਕੇ ਲੱਗਿਆ ਹੋਇਆ। ਸੋ ਬੋਰਡ ਵਧੀਆ ਆ ਜਾਊਗਾ ਆਫਟਰ ਜਦੋਂ ਲੋਕਡਾਊਨ ਹਟ ਗਿਆ, ਠੀਕ ਹੈ। ਬਟ ਆਇਆ ਵੀ ਉਹਨਾਂ ਟਾਈਮ ਇਹ 'ਤੇ ਪੜ੍ਹਾਉਂਗਾ ਅਤੇ ਬਹੁਤ ਵਧੀਆ ਢੰਗ ਦੇ ਨਾਲ ਪੜ੍ਹਿਆ ਜਾਊਗਾ ਇੱਥੇ, ਫਿਕਰ ਨਾ ਕਰੋ। ਜਿਵੇਂ ਕਿ ਮੈਂ ਸਭ ਤੋਂ ਪਹਿਲਾਂ ਇੱਥੇ 3 ਪਿਲਰ ਲਿਖ ਦਾਂਗਾ, ਜਿਹਦੇ ਵਿੱਚ ਲੈਜਿਸਲੇਚਰ ਆ ਜਾਂਦਾ ਗਾ, ਠੀਕ ਹੈ, ਐਗਜ਼ੀਕਿਊਟਿਵ ਆ ਜਾਂਦਾ ਅਤੇ ਤੁਹਾਡਾ ਜੁਡੀਸ਼ਰੀ ਆ। ਸਭ ਤੋਂ ਪਹਿਲਾਂ ਇਹਨਾਂ ਦੇ ਆਪਾਂ ਨੂੰ ਮੀਨਿੰਗ ਪਤਾ ਹੋਣੇ ਚਾਹੀਦੇ ਆ। ਜੇਕਰ ਮੈਂ ਇਹ ਕਹਾਂ ਕਿ ਆਪਣੀ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਆਪਣੇ ਲਾਅ ਬਣਦੇ ਆ, ਲਾਅ ਢਹਿੰਦੇ ਆ, ਠੀਕ ਹੈ, ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ, ਉਹਨਾਂ ਨੂੰ ਇਨਫੋਰਸ ਕੀਤਾ ਜਾਂਦਾ, ਉਹਨਾਂ ਨੂੰ ਠੀਕ ਠਾਕ ਕੀਤਾ ਜਾਂਦਾ। ਯਾਨੀ ਕਿ ਪੂਰੇ ਦੇਸ਼ ਨੂੰ ਚਲਾਉਣ ਵਾਸਤੇ 3 ਪਿਲਰ ਬਣਾਏ ਆ, ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ। ਹੁਣ ਇਹਨਾਂ ਦਾ ਅਲੱਗ-ਅਲੱਗ ਕੰਮ ਹੈ। ਯਾਨੀ ਕਿ ਮੈਂ ਇੱਕ ਕਹਿੰਦਾ ਕਿ ਇੱਕ ਆਪਾਂ ਕੋਈ ਪ੍ਰੋਗਰਾਮ ਬਣਾਇਆ ਗਾ, ਉਸ ਪ੍ਰੋਗਰਾਮ ਨੂੰ ਬਣਾਉਣ ਦੇ ਵਾਸਤੇ 3 ਟੀਮਾਂ ਗਈਆਂ, ਜਿਹਦੇ ਵਿੱਚ ਲੈਜਿਸਲੇਚਰ ਆ ਜਾਂਦਾ ਗਾ, ਐਗਜ਼ੀਕਿਊਟਿਵ ਆ ਜਾਂਦਾ ਗਾ, ਹੁਣ ਜੁਡੀਸ਼ਰੀ ਆ ਜਾਂਦਾ, ਠੀਕ ਹੈ। ਹੁਣ ਬੇਸਿਕਲੀ ਟੀਮਾਂ ਦਾ ਕੰਮ ਕੀ ਹੈ, ਇਹਨਾਂ ਟੀਮਾਂ ਦੇ ਮੈਂਬਰ ਅਲੱਗ-ਅਲੱਗ ਹੁੰਦੇ ਹੈਗੇ। ਹੁਣ ਉਹਨਾਂ ਮੈਂਬਰਾਂ ਨੂੰ ਕਿਵੇਂ ਚੁਣਿਆ ਜਾਂਦਾ ਗਾ, ਉਹਨਾਂ ਬਾਰੇ ਸਾਰਾ ਕੁਝ ਪੜ੍ਹਾਂਗੇ। ਤਾਂ ਹੀ ਮੈਂ ਕਹਿ ਰਿਹਾ ਕਿ ਇਹਦਾ ਜਿਹੜਾ ਲੈਜਿਸਲੇਚਰ ਹੋ ਗਿਆ, ਐਗਜ਼ੀਕਿਊਟਿਵ ਹੋ ਗਿਆ, ਜੁਡੀਸ਼ਰੀ ਹੋ ਗਿਆ, ਤਾਂ 70 to 80% ਆਪਾਂ ਪੂਰੀ ਪੋਲਿਟੀ ਦੇ ਵਿੱਚ ਇਹਨਾਂ 'ਤੇ ਹੀ ਆਲੇ ਦੁਆਲੇ ਘੁੰਮੀ ਜਾਵਾਂਗੇ, ਕਿਉਂਕਿ ਇਹਨਾਂ ਦੇ ਫਿਰ ਮੈਂਬਰਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਪੜ੍ਹਨ ਲੱਗ ਜਾਵਾਂਗੇ। ਤਾਂ ਸਾਰਾ ਕੁਝ ਜਿਹੜਾ ਹੈਗਾ ਉਹ ਇੱਥੇ ਹੀ ਘੁੰਮਦਾ ਗਾ, ਠੀਕ ਹੈ। ਸੋ ਹੁਣ ਇਹਨਾਂ ਦੀ ਬੇਸਿਕਲੀ ਜੇਕਰ ਆਪਾਂ ਮੇਨ ਇਹਨਾਂ ਦਾ ਡੈਫੀਨੇਸ਼ਨ ਪੜ੍ਹੀਏ ਕਿ ਲੈਜਿਸਲੇਚਰ ਹੋ ਗਿਆ ਜਾਂ ਫਿਰ ਤੁਹਾਡਾ ਐਗਜ਼ੀਕਿਊਟਿਵ ਹੋ ਗਿਆ, ਬੇਸਿਕਲੀ ਇਹਨਾਂ ਦਾ ਕੰਮ ਕੀ ਆ, ਠੀਕ ਹੈ। ਹੁਣ ਲੈਜਿਸਲੇਚਰ ਜਿਹੜੀ ਟੀਮ ਹੈ ਉਹ ਕੀ ਕਰਦੀ ਆ, ਉਹ ਆਪਣੇ ਵਾਸਤੇ ਲਾਅ ਬਣਾਉਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਮੇਕਿੰਗ ਦਾ ਲਾਜ਼। ਇਹ ਜਿਹੜੀ ਟੀਮ ਹੈ ਆਪਣੇ ਵਾਸਤੇ ਲਾਅ ਤਿਆਰ ਕਰਕੇ ਦੇਊਗੀ, ਠੀਕ ਹੈ। ਹੁਣ ਜਦੋਂ ਲਾਅ ਬਣ ਗਿਆ, ਹੁਣ ਉਹਨੂੰ ਇੰਪਲੀਮੈਂਟ ਵੀ ਤਾਂ ਕਰਨਾ, ਉਹਨੂੰ ਲਾਗੂ ਵੀ ਤਾਂ ਕਰਨਾ ਗਾ। ਤਾਂ ਜਦੋਂ ਉਹਨੂੰ ਇੰਪਲੀਮੈਂਟ ਕਰਨ ਦੀ ਵਾਰੀ ਆਊਗੀ ਤਾਂ ਉਹ ਐਗਜ਼ੀਕਿਊਟਿਵ ਕੋਲੇ ਆ ਜਾਊਗੀ, ਉਹ ਐਗਜ਼ੈਕਟਿਵ ਕੋਲੇ ਆ ਜਾਊਗੀ, ਜਿਹੜੇ ਐਗਜ਼ੀਕਿਊਟ ਕਰਨਗੇ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਕੀ ਕਰਨਗੇ, ਇੰਪਲੀਮੈਂਟਿੰਗ ਦਾ ਲਾਅ, ਤਾਂ ਇਹ ਇੰਪਲੀਮੈਂਟ ਕਰਨਗੇ। ਹੁਣ ਜਦੋਂ ਲਾਗੂ ਹੋ ਗਏ, ਉਹ ਲਾਗੂ ਠੀਕ ਢੰਗ ਨਾਲ ਹੋਏ ਆ ਜਾਂ ਨਹੀਂ ਹੋਏ ਆ, ਠੀਕ ਹੈ, ਉਹਨੂੰ ਕੌਣ ਦੇਖੂਗਾ, ਉਹਨੂੰ ਦੇਖੂਗੀ ਆਪਣੀ ਜੁਡੀਸ਼ਰੀ ਦੇਖੂਗੀ, ਠੀਕ ਹੈ। ਯਾਨੀ ਕਿ ਇਹ ਕੀ ਕਰਨਗੇ, ਇਨਫੋਰਸ ਦਾ ਲਾਜ਼। ਮਤਲਬ ਕੀ ਹੈ ਕਿ ਜੇਕਰ ਕੋਈ ਇੰਪਲੀਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਆਈ ਹੈ ਜਾਂ ਕੋਈ ਉਹਦੇ ਵਿੱਚ
ਗਲਤ ਚੀਜ਼ ਆ ਤਾਂ ਉਹਨੂੰ ਸਹੀ ਢੰਗ ਦੇ ਨਾਲ ਪੇਸ਼ ਕੌਣ ਕਰੂਗਾ? ਜੁਡੀਸ਼ਰੀ ਕਰੂਗੀ ਉਹਨੂੰ ਸਹੀ ਢੰਗ ਨਾਲ, ਯਾਨੀ ਕਿ ਉਹਦਾ ਹੱਲ ਕੌਣ ਕਰੂਗਾ, ਸੋਲੂਸ਼ਨ ਕੌਣ ਕਰੂਗਾ? ਉਹਦਾ ਜੁਡੀਸ਼ਰੀ ਕਰੂਗੀ। ਹੁਣ ਇਹ ਸਾਰਾ ਕੁਛ ਆ ਜਿਹੜਾ ਇਹ ਤਿੰਨੇ ਪਿਲਰ ਆ, ਇਹ ਆਪਣੇ ਸੈਂਟਰ ਦੇ ਬੇਸ ਤੇ ਵੀ ਆ, ਸਟੇਟ ਦੇ ਬੇਸ ਤੇ ਵੀ ਆ। ਸੈਂਟਰ ਦੇ ਵਿੱਚ ਤੁਸੀਂ ਦੇਖੋਗੇ ਲੋਕ ਸਭਾ ਰਾਜ ਸਭਾ ਆ ਜਾਂਦਾ ਗਾ, ਠੀਕ ਹੈ। ਜੇਕਰ ਤੁਸੀਂ ਸਟੇਟ ਦੇ ਵਿੱਚ ਦੇਖ ਲਓਗੇ ਲੈਜਿਸਲੇਟਿਵ ਅਸੈਂਬਲੀ ਜੋ ਵੀ ਆ ਆਪਣਾ ਸਟੇਟ ਲੈਜਿਸਲੇਟਿਵ ਅਸੈਂਬਲੀ ਹੋਗੀ ਤੇ ਸਟੇਟ ਲੈਜਿਸਲੇਟਿਵ ਕੌਂਸਲ ਹੋਗੀ। ਹਾਲਾਂਕਿ ਸਟੇਟ ਲੈਜਿਸਲੇਟਿਵ ਕੌਂਸਲ ਆ ਜਿਹੜੀ ਉਹ ਸਿਰਫ 6 ਸਟੇਟਾਂ ਦੇ ਵਿੱਚ ਆ। ਪਹਿਲਾਂ ਤੁਸੀਂ 7 ਪੜ੍ਹਦੇ ਹੋਵੋਗੇ ਬਟ ਜੰਮੂ ਕਸ਼ਮੀਰ ਵਾਲੀ ਡਿਜ਼ੋਲਵ ਹੋ ਗਈ, ਹੁਣ ਉਹ ਲੈਜਿਸਲੇਟਿਵ ਕੌਂਸਲ ਆ ਜਿਹੜੀ ਉਹ 6 ਸਟੇਟਾਂ ਦੇ ਵਿੱਚ। ਹਾਲਾਂਕਿ ਪੂਰੀ ਡਿਟੇਲ ਦੇ ਵਿੱਚ ਪੜਾਂਗੇ, ਠੀਕ ਹੈ। ਇਹਨੂੰ ਆਪਾਂ ਲੋਕ ਸਭਾ ਕਹਿੰਦੇ ਨੇ, ਇਹਨੂੰ ਆਪਾਂ ਵਿਧਾਨ ਸਭਾ ਕਹਿੰਦੇ ਨੇ, ਇਹਨੂੰ ਆਪਾਂ ਰਾਜ ਸਭਾ ਕਹਿੰਦੇ ਨੇ, ਇਹਨੂੰ ਵਿਧਾਨ ਪਰਿਸ਼ਦ ਕਹਿੰਦੇ ਨੇ। ਇਹ ਆਪਾਂ ਸਾਰਾ ਡਿਟੇਲ ਦੇ ਵਿੱਚ ਪੜ੍ਹ ਲਾਂਗੇ ਬਟ ਆਪਾਂ ਇੱਕ ਵਾਰੀ ਫੰਕਸ਼ਨਿੰਗ ਪੜ੍ਹਨੀ ਹੈ ਕਿ ਆਪਣੀ ਜਿਹੜੀ ਗਵਰਨੈਂਸ ਦੀ ਫੰਕਸ਼ਨਿੰਗ ਆ, ਫੰਕਸ਼ਨ ਕਿਵੇਂ ਕਰਦੇ ਆ। ਤਾਂ ਫੰਕਸ਼ਨ ਵਾਸਤੇ ਯਾਨੀ ਕਿ ਮੈਂ ਪੂਰੇ ਕਹਾਂ ਕਿ ਪੂਰੇ ਦੇਸ਼ ਨੂੰ ਚਲਾਉਣ ਵਾਸਤੇ ਆਪਾਂ ਟੀਮਾਂ ਤਿਆਰ ਕਰਨੀਆਂ ਜਿਹਦੇ ਵਿੱਚ ਲੈਜਿਸਲੇਚਰ ਹੈ, ਐਗਜ਼ੀਕਿਊਟਿਵ ਹੈ ਤੇ ਜੁਡੀਸ਼ਰੀ ਆ। ਹੁਣ ਇਹਨਾਂ ਦਾ ਕੰਮ ਤੁਹਾਨੂੰ ਮੈਂ ਦੱਸਤਾ ਕਿ ਆਹ ਭਾਈ ਲਾਅ ਬਣਾਉਂਦੇ ਆ, ਆਹ ਇੰਪਲੀਮੈਂਟ ਕਰਦੇ ਆ ਜੁਡੀਸ਼ਰੀ ਵਾਲੇ, ਐਗਜ਼ੀਕਿਊਟਿਵ ਵਾਲੇ ਤੇ ਜੁਡੀਸ਼ਰੀ ਵਾਲੇ ਉਹਨੂੰ ਇਨਫੋਰਸ ਕਰ ਦਿੰਦੇ ਆ। ਹੁਣ ਲੈਜਿਸਲੇਚਰ ਤਾਂ ਆਪਾਂ ਪੜ੍ਹ ਹੀ ਲਵਾਂਗੇ ਬਟ ਜਿਹੜੀ ਲੋਕ ਸਭਾ ਰਾਜ ਸਭਾ ਹੋ ਗਿਆ ਇਹ ਕੀ ਚੀਜ਼ ਆ। ਤਾਂ ਬੇਸਿਕਲੀ ਪਹਿਲਾ ਲੈਕਚਰ ਆ ਜਿਹੜਾ ਉਹ ਇਸੇ ਕਰਕੇ ਹੀ ਮੈਂ ਇਹਨੂੰ ਐਜ਼ ਅ ਡੈਮੋ ਤੁਹਾਨੂੰ ਦਿਖਾ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਣਾ ਆਉਣ ਵਾਲੇ ਟਾਈਮ ਦੇ ਵਿੱਚ ਪੜ੍ਹਨਾ ਕਿਵੇਂ ਹੈ ਤੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਨੋਟਸ PDF ਸਾਰਾ ਕੁਝ ਮਿਲੂਗਾ, ਠੀਕ ਹੈ। ਸੋ ਇਸੇ ਕਰਕੇ ਭਈ ਐਫਰਟ ਲੱਗਦਾ। ਸੋ ਉਸ ਐਫਰਟ ਦਾ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੂੰ ਵੀ ਫਾਇਦਾ ਹੋ ਸਕੇ। ਬਹੁਤ ਵਧੀਆ ਡਿਟੇਲ ਦੇ ਵਿੱਚ ਆਪਾਂ ਪੜ੍ਹਾਂਗੇ। ਸੋ ਬੇਸਿਕਲੀ ਜੇਕਰ ਮੈਂ ਇੱਕ ਸਟਰਕਚਰ ਦੀ ਗੱਲ ਕਰਾਂ ਕਿ ਆਪਣਾ ਪਾਰਲੀਮੈਂਟ ਹੈ, ਆਪਣਾ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਵਿੱਚ ਕੀ ਹੈ? ਰਾਜ ਸਭਾ, ਲੋਕ ਸਭਾ। ਇਹਨੂੰ ਆਪਾਂ ਲੋਅਰ ਹਾਊਸ ਵੀ ਕਹਿੰਦੇ ਨੇ, ਇਹਨੂੰ ਅਪਰ ਹਾਊਸ ਵੀ ਕਹਿੰਦੇ ਨੇ, ਠੀਕ ਹੈ, ਠੀਕ ਹੈ। ਲੈਜਿਸਲੇਟਿਵ ਅਸੈਂਬਲੀ ਹੋਗੀ, ਠੀਕ ਹੈ, ਲੈਜਿਸਲੇਟਿਵ ਕੌਂਸਲ ਆ ਜਾਂਦੀ ਹੈਗੀ, ਠੀਕ ਹੈ। ਹੁਣ ਇਹ ਆਪਾਂ ਜੇਕਰ ਪਾਰਲੀਮੈਂਟ ਨੂੰ ਕਹੀਏ ਤਾਂ ਪਾਰਲੀਮੈਂਟ ਆਪਣਾ ਬੇਸਿਕਲੀ ਬਾਈ ਕੈਮਰਲਿਜ਼ਮ ਹੈ, ਬਾਈ ਕੈਮਰਲਿਜ਼ਮ, ਬਾਈ ਕੈਮਰਲ, ਠੀਕ ਹੈ। ਸਟੇਟ ਦੇ ਵਿੱਚ ਯੂਨੀ ਕੈਮਰਲ ਵੀ ਹੁੰਦੇ ਆ, ਬਾਈ ਕੈਮਰਲ ਵੀ ਹੁੰਦੇ। ਜਿੱਥੇ ਵਿਧਾਨ ਪਰਿਸ਼ਦ ਹੁੰਦੀ ਹੈ ਯਾਨੀ ਜਿੱਥੇ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਜਿਹੜੀ ਦੋਨੇ ਹੁੰਦੀਆਂ ਉੱਥੇ ਆਪਾਂ ਬਾਈ ਕੈਮਰਲ ਕਹਿ ਦਿੰਦੇ ਆ। ਨਹੀਂ ਜਿੱਥੇ ਕੱਲੀ ਵਿਧਾਨ ਸਭਾ ਉੱਥੇ ਆਪਾਂ ਯੂਨੀ ਕੈਮਰਲ ਕਹਿ ਦਿੰਦੇ, ਠੀਕ ਹੈ। ਤਾਂ ਬਾਈ ਕੈਮਰਲ ਆਪਣੇ ਦੋ ਸਤਰੀ ਹੈ, ਠੀਕ ਹੈ, ਦੋ ਸਤਰੀ ਆਪਣਾ ਰਾਜ ਸਭਾ ਤੇ ਲੋਕ ਸਭਾ। ਹੁਣ ਰਾਜ ਸਭਾ ਦੇ ਵਿੱਚ ਜਿਹੜੇ ਹੁੰਦੇ ਆ ਉਹ ਵੀ MP ਹੁੰਦੇ ਆ ਤੇ ਲੋਕ ਸਭਾ ਦੇ ਵਿੱਚ ਵੀ MP ਹੁੰਦੇ ਆ। ਤਾਂ ਇਹਦਾ ਮਤਲਬ ਜਿਹੜੇ MP ਆ ਉਹ ਰੈਫਰ ਕਿਹਨੂੰ ਕਰਦੇ ਆ? ਬੋਥ ਲੋਕ ਸਭਾ ਐਂਡ ਰਾਜ ਸਭਾ। ਹੁਣ ਸਿੱਧੀ ਜੀ ਗੱਲ ਆ, ਆਪਾਂ ਤਾਂ MP ਜਿਹੜੇ ਚੁਣਦੇ ਆ ਉਹ ਤਾਂ ਡਾਇਰੈਕਟ ਚੁਣ ਕੇ ਆਪਾਂ ਲੋਕ ਸਭਾ ਦੇ ਵਿੱਚ ਭੇਜਦੇ ਆ, ਫਿਰ ਰਾਜ ਸਭਾ ਚੋਂ ਕਿਵੇਂ ਚਲੇ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹੀ ਹੈ, ਜਿਵੇਂ ਤੁਸੀਂ ਇੱਕ ਨਾਰਮਲ ਐਗਜ਼ਾਮਪਲ ਦੇ ਤੌਰ ਤੇ ਇਹ ਪੜ੍ਹ ਲਓ ਕਿ ਭਾਈ ਆਪਾਂ ਇੱਕ ਟੈਸਟ ਦਿੱਤਾ ਗਾ, ਆਪਾਂ 2 ਟੈਸਟ ਦੇਣੇ ਆ, ਉਹਨਾਂ ਚੋਂ ਆਪਾਂ ਇੱਕ ਟੈਸਟ ਦਿੱਤਾ ਜਿਹਦੇ ਵਿੱਚੋਂ ਡਾਇਰੈਕਟ ਇਲੈਕਟ ਕੀਤੇ ਜਾਣੇ, ਡਾਇਰੈਕਟ ਇਲੈਕਟ ਕਰ ਦਿੰਦੇ ਆ ਜਦੋਂ ਆਪਾਂ, ਤਾਂ ਉਹ ਚਲੇ ਜਾਂਦੇ ਆ ਲੋਕ ਸਭਾ ਦੇ ਵਿੱਚ। ਤਾਂ ਉਹ ਜਿੱਥੇ ਚਲੇ ਜਾਂਦੇ ਆ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਆ। ਯਾਨੀ ਲੋਕ ਸਭਾ ਦੇ ਵਿੱਚ ਆਪਾਂ ਜਿਹੜੇ ਡਾਇਰੈਕਟ ਇਲੈਕਸ਼ਨ ਕਰਕੇ ਭੇਜਦੇ ਆ, ਯਾਨੀ ਕਿ ਡਾਇਰੈਕਟਲੀ ਇਲੈਕਟਡ ਮੈਂਬਰਸ ਹੁੰਦੇ ਆ ਇਹਦੇ ਵਿੱਚ, ਸਾਰੇ ਨਹੀਂ, ਨੋਮੀਨੇਟ ਵੀ ਹੁੰਦੇ ਆ, ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ। ਮੈਂ ਓਵਰਆਲ ਇੱਕ ਤੁਹਾਨੂੰ ਵਿਊ ਪੜ੍ਹਾ ਰਿਹਾ ਹਾਂ ਕਿ ਇਹਦੇ ਵਿੱਚ ਆਪਾਂ ਇੱਕ ਵਾਰੀ ਡਾਇਰੈਕਟਲੀ ਜਿਹੜੇ ਹੈਗੇ ਆ ਉਹ MP ਯਾਨੀ ਕਿ ਲੋਕ ਸਭਾ ਦੇ ਵਿੱਚ ਭੇਜਦੇ, ਠੀਕ ਹੈ। ਫਿਰ ਕੁਝ ਇਹਦੇ ਵਿੱਚੋਂ ਲੱਕੀ MPs ਹੁੰਦੇ ਆ ਜਿਹੜੇ ਕਿ ਰਾਜ ਸਭਾ ਦੇ ਵਿੱਚ ਚਲੇ ਜਾਂਦੇ, ਠੀਕ ਹੈ। ਕੁਝ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਚਲੇ ਜਾਂਦੇ ਯਾਨੀ ਕਿ ਇਹ ਹੁੰਦੇ ਆ ਜਿਹੜੇ ਇਨਡਾਇਰੈਕਟਲੀ ਇਲੈਕਟਡ ਹੁੰਦੇ ਆ, ਸਮਝੇ। ਤਾਂ ਆਪਾਂ ਕੁਝ ਮੈਂਬਰ ਚੁਣੇ ਜਿਹੜੇ ਕਿ ਲੋਕ ਸਭਾ ਦੇ ਵਿੱਚ ਚਲੇ ਗਏ, ਫਿਰ ਉਹਨਾਂ ਦੇ ਵਿੱਚੋਂ ਹੀ ਕੁਝ ਚੁਣਿੰਦਾ ਜਿਹੜੇ ਹੁੰਦੇ ਹੈਗੇ ਉਹ ਰਾਜ ਸਭਾ ਦੇ ਵਿੱਚ ਚੁਣੇ ਜਾਂਦੇ ਹੈਗੇ, ਠੀਕ ਹੈ। ਸੋ ਕਹਿਣ ਦਾ ਮਤਲਬ ਇਹਨਾਂ ਸਾਰਿਆਂ ਦਾ ਹੀ ਜਿਹੜਾ ਕੰਮ ਹੁੰਦਾਗਾ ਉਹ ਹੁੰਦਾਗਾ ਜੀ ਲਾਜ਼ ਬਣਾਉਣਾ, ਠੀਕ ਹੈ, ਲਾਜ਼ ਬਣਾਉਣਾ। ਇੱਥੋਂ ਕੁਐਸਚਨ ਇੱਕ ਬਹੁਤ ਤਕੜਾ ਨਿਕਲ ਕੇ ਆਊਗਾ ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਲਾਅ ਬਣਾਉਂਦੇ ਆ ਉਹਨਾਂ ਨੂੰ, ਉਹਨਾਂ ਦੀ ਟੀਮ ਨੂੰ ਕੀ ਕਿਹਾ ਜਾਂਦਾਗਾ? ਲੈਜਿਸਲੇਚਰ। ਉਹਨਾਂ ਦੀ ਟੀਮ ਨੂੰ ਕੀ ਕਿਹਾ ਜਾਂਦਾ? ਲੈਜਿਸਲੇਚਰ, ਵਿਧਾਇਕਾ, ਠੀਕ ਹੈ। ਹੁਣ ਇਹਨਾਂ ਦੀ ਟੀਮ ਦੇ ਮੈਂਬਰਾਂ ਨੂੰ ਕੀ ਕਿਹਾ ਜਾਊਗਾ? ਲੈਜਿਸਲੇਟਰ, ਲੈਜਿਸਲੇਟਰ, ਠੀਕ ਹੈ। ਯਾਨੀ ਕਿ ਇਹ ਟੀਮ ਮੈਂਬਰ ਹੈ, ਲੈਜਿਸਲੇਟਰ। ਹੁਣ ਲੈਜਿਸਲੇਟਰ ਦੇ ਵਿੱਚ ਕੌਣ ਹੈ? ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਕਿ ਆਪਾਂ ਚੁਣ ਕੇ ਭੇਜਦੇ ਆ, ਆਪਾਂ ਚੁਣ ਕੇ ਭੇਜਦੇ ਆ। ਤਾਂ ਲੈਜਿਸਲੇਟਰ ਦੇ ਵਿੱਚ ਕੌਣ ਆ ਜਾਣਗੇ? MP ਆ ਜਾਣਗੇ। ਲੈਜਿਸਲੇਟਰ ਦੇ ਵਿੱਚ MP ਆ ਜਾਂਦੇ ਜਿਹੜੇ ਲਾਅ ਨੂੰ ਬਣਾਉਂਦੇ ਆ, ਠੀਕ ਹੈ। ਹੁਣ ਤੁਸੀਂ ਇੱਕ ਚੀਜ਼ ਪੜ੍ਹਦੇ ਹੋਵੋਗੇ ਕਿ ਯਾਰ ਇਹ MP ਹੈ ਜਾਂ ਆਪਾਂ ਮਿਨਿਸਟਰ ਕਹਿੰਦੇ ਨੇ ਵੀ ਆਹ ਮਿਨਿਸਟਰ ਹੈ। ਹੁਣ ਮੈਨੂੰ ਇੱਕ ਗੱਲ ਦੱਸੋ
कि जिहड़ा MP है मिनिस्टर है की इन्हां दे विच डिफरेंस हैगा MP जां मिनिस्टर ये दोनों इक्को ही गल्लां है जां इन्हां दे विच कोई डिफरेंस हैगा सो बेसिकली सब तो पहले आपां नूं इस चीज़ नूं पढ़ना पैणागा कि बेसिकली व्हाट इज़ द डिफरेंस बिटवीन MP एंड मिनिस्टर हुण मैनूं आह दसो भी जिहड़ा भगवंत मान है की ओह मिनिस्टर है भगवंत मान ओह मिनिस्टर है जां हरसिमरत बादल ओह मिनिस्टर है तो मिनिस्टर ते MP ਦੇ ਵਿੱਚ बेसिकली अज तुहानूं एक बहुत वधिया चीज़ पता लगूगी हालांकि किसी बहुत घੱਟ ਜਵਾਕਾਂ ਨੂੰ ਇਹ चीज़ पता होगी कि MP ते मिनिस्टर दोनों अलग अलग चीज़ है ठीक है जे मैं ये कहा कि सारे MP है जिहड़े वो मिनिस्टर है जां फिर कहा कि जिहड़े सारे मिनिस्टर है वो MP है तो ये विचों सही किहड़ी स्टेटमेंट है तो आह स्टेटमेंट सही है ठीक है सारे MP मिनिस्टर नहीं हो सकते सारे MP मिनिस्टर नहीं हो सकते सारे मिनिस्टर MP हो सकते हुण गल की है गल यह है कि आपां MP चुनिया भाई मिनिस्टर नहीं आपां MP चुन के भेजे आपां डायरैक्ट इलैक्ट करके MP भेजे उन्हां दे विचों कुछ वधिया जां कह लो भी सरकार वाले जिहड़े चुने जांदे हैगे ठीक है मेजोरिटी वालों चुने जाते जिहड़े मिनिस्टर ठीक है सो वो हुंदे आ मिनिस्टर एक टीम होर बनाई जाती है ਜਿਹੜੇ ਹੁੰਦੇ ਆ ਐਗਜ਼ੀਕਿਊਟਿਵ ਹੁਣ ਸਮਝ ਲੱਗੀ ਕਿ ਲੈਜਿਸਲੇਚਰ ਦੇ ਵਿੱਚ ਲਾਅ ਬਣਾਉਂਦੇ ਆ ਲਾਅ ਬਣਾਉਣ ਵੇਲੇ ਵੀ MP ਹੈ ਪਰ ਉਹਨਾਂ ਨੂੰ ਲਾਗੂ ਕਰਨ ਵੇਲੇ ਵੀ MP ਹੁੰਦੇ ਆ ਪਰ ਉਹਨਾਂ ਨੂੰ ਉਦੋਂ ਕੀ ਕਹਿੰਦੇ ਆ ਮਿਨਿਸਟਰ ਕਹਿੰਦੇ ਆ ਯਾਨੀ ਕਿ ਜੇਕਰ ਮੈਂ ਇਹ ਕਹਾਂ ਕਿ ਲੈਜਿਸਲੇਚਰ ਆ ਜਿਹੜਾ ਲੈਜਿਸਲੇਚਰ ਵਾਸਤੇ ਮੈਂ ਜੀ MP ਚੁਣ ਲਏ ਲਾਅ ਬਣਾਉਣ ਵਾਸਤੇ MP ਚੁਣ ਲਏ ਬਟ ਉਹਨਾਂ ਨੂੰ ਲਾਅ ਨੂੰ लागू करने वास्ते इन्हां MPआं दे विचों ही एक होर टीम तैयार होगी जिन्हां नूं आपां मिनिस्टर कहने आ ठीक है जिन्हां नूं आपां मिनिस्टर कहने आ सो मिनिस्टर आ जिहड़े फिर वो एग्जीक्यूटिव दे विच काम करनगे वो लॉ नूं लागू करन दे विच काम आउंदे आ सो इत्थों पता की लगदागा भी सारे MP आ जिहड़े वो मिनिस्टर नहीं हो सकदे बट जिन्ने सारे मिनिस्टर आ वो सारे MP तां होणगे क्योंकि पहलां तां वो अक्सर MP ही चुने गए है ना तां कहण दा मतलब यही आ क्वेश्चन ये आउंदा हुंदा UPSC ਦੇ ਵਿੱਚ क्वेश्चन आया होया सो प्लीज़ ध्यान ਦੇ ਨਾਲ कि मिनिस्टर जिन्ने ਹੁੰਦੇ ਆ ਉਹ ਸਾਰੇ MP ਹੁੰਦੇ ਆ ਬਟ ਜਿੰਨੇ MP ਆ ਉਹ ਸਾਰੇ ਮਿਨਿਸਟਰ ਨਹੀਂ ਹੁੰਦੇ ਉਹਨਾਂ ਦੇ ਵਿੱਚੋਂ ਚੁਣੇ ਜਾਂਦੇ ਠੀਕ ਹੈ ਇਸੇ ਕਰਕੇ ਜਿਹੜੇ ਭਗਵੰਤ ਮਾਨ ਆ ਉਹ ਮਿਨਿਸਟਰ ਨਹੀਂ ਹੈਗੇ ਉਹ ਮਿਨਿਸਟਰ ਨਹੀਂ ਹੈਗੇ ਹਰਸਿਮਰਤ ਕੌਰ ਮਿਨਿਸਟਰ ਹੈ ਉਹਨੂੰ ਮਿਨਿਸਟਰ ਦੀ ਮਿਲੀ ਹੋਈ ਹੈ ਪਦਵੀ ਠੀਕ ਹੈ ਨਾ ਸੋ ਇਸ ਤਰੀਕੇ ਦੇ ਨਾਲ सो इन्हां दी आपां मिनिस्टरां दी जेकर आपां कलैक्शन कर दईए इन्हां मिनिस्टरां दी जेकर आपां टीम बना दईए इन्हां मिनिस्टरां दी जेकर आपां टीम बना दईए तां उहनूं की कहने आपां काउंसल ऑफ मिनिस्टर्स काउंसल ऑफ मिनिस्टर्स ਹੁਣ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਕੁਐਸਚਨ ਆਉਂਦੇ ਹੋਣਗੇ ਕਿ ਸਰ ਆਪਾਂ ਇਹਨੂੰ ਮਿਨਿਸਟਰ ਬਣਾ ਸਕਦੇ ਆ ਕਿ ਨਹੀਂ ਬਣਾ ਸਕਦੇ ਨੋਮੀਨੇਟਡ ਮੈਂਬਰਸ ਨੂੰ ਮਿਨਿਸਟਰ ਬਣਾ ਸਕਦੇ ਆ ਕਿ ਨਹੀਂ ਬਣਾ ਸਕਦੇ ਕੁਐਸਚਨ ਬਹੁਤ ਆਉਂਦੇ ਹੋਣਗੇ ਬਟ ਫਿਲਹਾਲ ਆਪਾਂ ਇੱਥੇ ਕੀ ਪੜ੍ਹ ਰਹੇ ਆ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਮੈਂਬਰ ਆਫ ਪਾਰਲੀਮੈਂਟ ਐਂਡ ਮਿਨਿਸਟਰ ਠੀਕ ਹੈ ਹੁਣ MP ਆ ਜਿਹੜੇ ਉਹ ਦੋਨਾਂ ਨੂੰ ਹੀ ਬਿਲੋਂਗ ਕਰਦੇ ਆ ਕਈ ਵਾਰੀ ਕੁਐਸਚਨ ਇਹ ਪੁੱਛ ਲੈਂਦੇ MP ਬਿਲੋਂਗਸ ਟੂ ਲੋਕ ਸਭਾ ਰਾਜ ਸਭਾ ठीक है बिलोंग्स टू ठीक है MP रिस्पोंसिबल है जो मैंबर ऑफ पार्लीमेंट है जिन्होंने तो MP बिलोंग्स टू बोथ क्योंकि आप MP की फुल फॉर्म की होंगी मैंबर ऑफ पार्लीमेंट तो लोक सभा को भी बिलोंग करूगा राज्य सभा को भी बिलोंग करूगा बट कुछ मैंबर होंगे है MP यानी जे मैं उन्होंने कहा कि आ राज्य सभा आ लोक सभा ठीक है MP ये भी है MP ये भी है ठीक है लोक सभा तो ही गए राज्य सभा तो कुछ मिनिस्टर होंगे ये जोड़े चुने जाएंगे कुछ मिनिस्टर जोड़े इन्होंने चुने जाएंगे कुछ मिनिस्टर चुने जाएंगे तो वो मिनिस्टर कितों भी हो सकते हैं राज्य सभा भी हो सकते हैं लोक सभा भी हो सकते हैं राज्य सभा की एग्जाम्पल है जिमें कि अरुण जेतली जी अरुण जेतली जोड़े से इलैक्शन हार गए सी अमृतसर तो इलैक्शन हारन तो बाद भी उन्होंने फाइनांस मिनिस्टर बनाता ठीक है ना इलैक्शन हारन तो भी फाइनांस मिनिस्टर बनाता किवें क्योंकि इलैक्शन तो हार गए ये मतलब लोक सभा तो गए नहीं लोक सभा नहीं गए बट वो राज्य सभा आ गए ठीक है जो राज्य सभा आ गए तो फिर उत्थे जाके उन्होंने मिनिस्टर बनाता तो कहने का मतलब जोड़े मिनिस्टर आ वो भी बिलोंग टू पार्लीमेंट यानी कि पूरे नूं राज्य सभा भी तो मिनिस्टर मिल जाएंगे तो लोक सभा भी होंगे ही होंगे हरसिमरत कौर जी लोक सभा गई है उत्थे मिनिस्टर बने ठीक है सो भाई जेकर क्वेश्चन पूछा जाए कि कलैक्शन ऑफ मिनिस्टर्स कॉल्ड
ਕੌਂਸਲ ਆਫ ਮਿਨਿਸਟਰਸ, ਤੇ ਕੌਂਸਲ ਆਫ ਮਿਨਿਸਟਰਸ ਬਿਲੋਂਗਸ ਟੂ ਬੋਥ ਰਾਜ ਸਭਾ ਐਂਡ ਲੋਕ ਸਭਾ। ਠੀਕ ਹੈ, ਸੋ ਅੱਜ ਤੁਹਾਨੂੰ ਇੱਕ ਚੀਜ਼ ਪਤਾ ਲੱਗ ਗਈ ਕਿ ਭਾਈ MP यानी ਤੇ ਮਿਨਿਸਟਰ ਇਹ ਦੋਨੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ, ਅਲੱਗ-ਅਲੱਗ ਬੰਦੇ ਹੁੰਦੇ ਆ ਇਹ। ਤਾਂ ਹੁਣ ਆਪਾਂ ਲੈਜਿਸਲੇਚਰ ਦੀ ਜੇਕਰ ਗੱਲ ਕਰੀਏ, ਹਾਲਾਂਕਿ ਪੂਰੀ ਡਿਟੇਲ ਦੇ ਵਿੱਚ ਫਿਰ ਉਹੀ ਗੱਲ ਆ ਕਿ ਹੌਲੀ-ਹੌਲੀ ਜਾਵਾਂਗੇ। ਜੇਕਰ ਇੱਕੋ ਦਮ ਆਪਾਂ ਸਿਰਫ ਲੈਜਿਸਲੇਚਰ ਨੂੰ ਹੀ ਲੈ ਕੇ ਬਹਿ ਗਏ ਤਾਂ 7-8 ਲੈਕਚਰ ਸਿਰਫ ਲੈਜਿਸਲੇਚਰ ਤੇ ਨਿਕਲ ਜਾਣੇ। ਠੀਕ ਹੈ, ਬਟ ਆਪਾਂ ਇੱਕ ਓਵਰਵਿਊ ਪੜ੍ਹਨਾ ਹੈਗਾ ਕਿ ਜਿਹੜਾ ਲੈਜਿਸਲੇਚਰ ਹੈ ਉਹਦੇ ਵਿੱਚ ਲੈਜਿਸਲੇਟਰ ਹੁੰਦੇ ਆ ਜੀ, ਲੈਜਿਸਲੇਟਰ ਹੁੰਦੇ ਆ। ਇਹਨਾਂ ਲੈਜਿਸਲੇਟਰਾਂ ਦੇ ਵਿੱਚੋਂ ਹੀ ਕੁਝ ਚੁਣ ਕੇ ਬਣਾਏ ਜਾਂਦੇ ਆ ਮਿਨਿਸਟਰ, ਤੇ ਉਹੀ ਕੀ ਹੁੰਦੇ ਆ ਐਗਜ਼ੀਕਿਊਟਿਵ। ਹੁਣ ਤੁਸੀਂ ਕਹੋਗੇ ਜੀ ਐਗਜ਼ੀਕਿਊਟਿਵ ਦੇ ਵਿੱਚ ਤਾਂ ਬਿਊਰੋਕਰੇਟਸ ਵੀ ਹੁੰਦੇ ਆ, ਇਹਦੇ ਵਿੱਚ ਪ੍ਰੈਜ਼ੀਡੈਂਟ ਵੀ ਆ ਜਾਂਦਾ, ਵਾਈਸ ਪ੍ਰੈਜ਼ੀਡੈਂਟ ਵੀ ਆ ਜਾਂਦਾ, PM ਵੀ ਆ ਜਾਂਦਾ, CM ਤਾਂ ਚਲੋ ਸਟੇਟ ਦੇ ਵਿੱਚ ਆ ਗਏ। ਤਾਂ ਤੁਸੀਂ ਉਹ ਕਹੋਗੇ, ਮੈਂ ਨਹੀਂ ਕਹਿੰਦਾ ਵੀ ਉਹ ਮੈਂਬਰ ਹੁੰਦੇ ਨਹੀਂ, ਮੈਂ ਇਹਦਾ ਮਤਲਬ ਇਹ ਨਹੀਂ ਕਿਹਾ ਕਿ ਇਹਦੇ ਵਿੱਚ ਲੈਜਿਸਲੇਟਰ ਯਾਨੀ ਕਿ ਇਕੱਲੇ MP ਹੀ ਆ, ਹੋਰ ਵੀ ਹੋਣਗੇ ਭਾਈ ਮੈਂਬਰ। ਐਗਜ਼ੀਕਿਊਟਿਵ ਦੇ ਵਿੱਚ ਮੈਂ ਨਹੀਂ ਕਿਹਾ ਵੀ ਇਕੱਲੇ ਮਿਨਿਸਟਰ ਹੀ ਆ, ਬਿਊਰੋਕਰੇਟਸ ਵੀ ਹੁੰਦੇ ਆ। ਠੀਕ ਹੈ, ਬਟ ਆਪਾਂ ਇਹਨੂੰ ਹੌਲੀ ਵਧਾਂਗੇ ਕਿ ਹਾਂ ਇਹਦੇ ਵਿੱਚ ਕੀ ਕੀ ਡਿਟੇਲਸ ਆਉਂਦੀਆਂ ਨੇ। ਤਾਂ ਮੈਂ ਤੁਹਾਨੂੰ ਇਹ ਦੱਸਿਆ ਕਿ ਲੈਜਿਸਲੇਟਰ ਜਿਹੜੇ ਉਹੀ ਮਿਨਿਸਟਰ ਆਪਾਂ ਚੁਣ ਲੈਂਦੇ ਆ, ਉਹ ਮਿਨਿਸਟਰ ਫਿਰ ਐਗਜ਼ੀਕਿਊਟਿਵ ਦੇ ਵਿੱਚ ਕੰਮ ਆਉਂਦੇ ਆ। ਹੁਣ ਤੁਸੀਂ ਇਹ ਪੜ੍ਹਦੇ ਹੋਗੇ ਕਿ ਐਗਜ਼ੀਕਿਊਟਿਵ ਆ ਜਿਹੜਾ ਉਹਦੇ ਵਿੱਚ ਬਿਊਰੋਕਰੇਟਸ, ਜਿਵੇਂ ਮੈਂ ਬੋਲੀ ਜਾਂਦਾ ਕਿ ਬਿਊਰੋਕਰੇਟਸ ਆ ਜਿਹੜੇ ਤੁਸੀਂ ਪੇਪਰ ਵਗੈਰਾ ਦਿੰਦੇ, ਠੀਕ ਹੈ ਨਾ, UPSC ਦੇ ਪੇਪਰ ਹੋ ਗਏ, ਠੀਕ ਹੈ, IAS ਜਿਹੜੇ ਜਾਂਦੇ ਹੈਗੇ, ਠੀਕ ਹੈ ਨਾ। ਸੋ ਬਿਊਰੋਕਰੇਟਸ ਆ ਜਿਹੜੇ ਉਹ ਵੀ ਐਗਜ਼ੀਕਿਊਟਿਵ ਦੇ ਵਿੱਚ ਆ ਜਾਂਦੇ ਆ। ਹੁਣ ਜਦੋਂ ਆਪਾਂ ਇਹ ਕਹੀ ਜਾਂਦੇ ਆ ਕਿ ਲੈਜਿਸਲੇਟਰ ਆ ਜਿਹੜੇ ਉਹ ਆਪਾਂ ਮਿਨਿਸਟਰ ਬਣਾਤੇ ਤੇ ਮਿਨਿਸਟਰ ਲਾਅ ਅਪਲਾਈ ਕਰ ਦੇਣਗੇ, ਯਾਨੀ ਕਿ ਲਾਅ ਨੂੰ ਇੰਪਲੀਮੈਂਟ ਕਰ ਦੇਣਗੇ, ਫਿਰ ਆਪਾਂ ਬਿਊਰੋਕਰੇਟਸ ਦੀ ਆਪਾਂ ਨੂੰ ਲੋੜ ਕੀ ਹੈ। ਤਾਂ ਇੱਥੋਂ ਕੁਐਸਚਨ ਇੱਕ ਬਹੁਤ ਵਧੀਆ ਨਿਕਲ ਕੇ ਆਉਂਦਾ ਗਾ ਕਿ ਬੇਸਿਕਲੀ ਬਿਊਰੋਕਰੇਟਸ ਆਪਾਂ ਕਿਉਂ ਲੈਂਦੇ ਆ। ਬਿਊਰੋਕਰੇਟਸ ਤਾਂ ਲੈਂਦੇ ਆ ਕਿਉਂਕਿ ਬਿਊਰੋਕਰੇਟਸ ਪੜ੍ਹੇ ਲਿਖੇ ਹੁੰਦੇ ਆ। ਕੀ ਸਾਰੇ ਮਿਨਿਸਟਰ ਪੜ੍ਹੇ ਹੁੰਦੇ ਆ? ਨਹੀਂ ਹੁੰਦੇ। ਜੇਕਰ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਹੀ ਦਵਾਂ ਕਿ ਜੇ ਆਪਾਂ GST ਦਾ ਲਾਅ ਬਣਾਇਆ ਸੀ, ਸਾਰੇ ਮਿਨਿਸਟਰਾਂ ਨੂੰ ਕੀ GST ਦੀ ਫੁੱਲ ਫਾਰਮ ਵੀ ਪਤਾ ਹੋ? ਨਹੀਂ ਪਤਾ ਹੁੰਦੀ, ਨਲਾਇਕ ਹੈ। ਠੀਕ ਹੈ, ਕਿਉਂਕਿ ਆਪਾਂ ਚੁਣ ਕੇ ਭੇਜਦੇ ਉਹਨਾਂ ਨੂੰ। ਉਹ ਸਿਰਫ ਕੀ ਹੈ, ਮਿਨਿਸਟਰ ਜਾਂ MP ਸਿਰਫ ਕੀ ਹੈ, ਇਹ ਸਿਰਫ ਹੈਗੇ ਆ ਆਪਣੇ ਵੌਇਸ ਆਫ ਪੀਪਲ। ਇਹ ਤਾਂ ਲੋਕਾਂ ਦੀ ਆਵਾਜ਼ ਹੈ, ਇਹ ਤਾਂ ਸਿਰਫ ਲੋਕਾਂ ਦੀ ਆਵਾਜ਼ ਹੈ। ਬਟ ਆਪਾਂ ਨੂੰ ਬਿਊਰੋਕਰੇਟਸ ਦੀ ਲੋੜ ਤਾਂ ਪੈਂਦੀ ਹੈ ਕਿਉਂਕਿ ਇਹ ਪੜ੍ਹੇ ਲਿਖੇ ਆ। ਇਹ ਕੀ ਹੈ? ਐਕਸਪਰਟਸ। ਇਹ ਐਕਸਪਰਟਸ ਹੈ। ਠੀਕ ਹੈ, ਸੋ ਇਹਨਾਂ ਦੋਨਾਂ ਦੇ ਨਾਲ ਫਿਰ ਪੂਰਾ ਬੈਲੈਂਸ ਹੋ ਜਾਂਦਾ ਹੈਗਾ। ਆਹ ਲੋਕਾਂ ਦੀ ਆਵਾਜ਼ ਲੈ ਕੇ ਆ ਜਾਂਦੇ ਆ ਐਕਸਪਰਟਸ, ਉਹਨਾਂ ਨੂੰ ਪੜ੍ਹਦੇ ਆ, ਉਹਨਾਂ ਨੂੰ ਦੇਖਦੇ ਆ, ਸਾਰਾ ਕੁਝ ਯਾਨੀ ਕਿ ਇੱਕ ਪੜ੍ਹੇ ਲਿਖਿਆਂ ਦੇ ਤੌਰ ਤੇ ਕੰਮ ਕਰਦੇ ਆ, ਤੇ ਫਿਰ ਉਹ ਵੌਇਸ ਆਫ ਪੀਪਲ ਨੂੰ ਇੱਕ ਪੜ੍ਹੇ ਲਿਖਿਆਂ ਦੇ ਨਾਲ ਮਿਲਾ ਕੇ ਐਗਜ਼ੀਕਿਊਟ ਕਰ ਦਿੰਦੇ ਵੀ ਹਾਂ ਐਵੇਂ ਲਾਅ ਜਿਹੜਾ ਲੋਕਾਂ ਦੇ ਹਿੱਤਾਂ ਵਿੱਚ ਬਣ ਸਕਦਾ ਗਾ। ਠੀਕ ਹੈ, ਕੋਈ ਵੀ ਲਾਅ ਜੇਕਰ ਬਣਾਉਣਾਗਾ ਤਾਂ ਉਹਦੇ ਵਿੱਚ ਪੜ੍ਹੇ ਲਿਖਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਜੁਡੀਸ਼ਰੀ। ਹੁਣ ਕੀ ਇਹਨਾਂ ਪੜ੍ਹੇ ਲਿਖਿਆਂ ਨੇ ਜਾਂ ਇਹਨਾਂ ਮਿਨਿਸਟਰਾਂ ਨੇ ਸਾਰਿਆਂ ਨੇ ਮਿਲ ਕੇ ਕੀ ਜਿਹੜਾ ਲਾਅ ਆ ਉਹ ਸਹੀ ਢੰਗ ਦੇ ਨਾਲ ਬਣਾਇਆਗਾ? ਜੇ ਬਣਾਇਆ ਤਾਂ ਠੀਕ ਹੈ, ਨਹੀਂ ਫਿਰ ਉਹਨੂੰ ਜੁਡੀਸ਼ਰੀ ਹੈ ਜਿਹੜੀ ਇਨਫੋਰਸ ਕਰਦੀ ਆ, ਉਹਦੇ ਵਿੱਚ ਪ੍ਰੋਬਲਮਾਂ ਦੱਸਦੀ ਆ, ਉਹਦੇ ਵਿੱਚ ਕੀ ਚੇਂਜ ਹੋ ਸਕਦਾਗਾ, ਸਾਰਾ ਕੁਝ ਉਹ ਕੀ ਕੰਮ ਕਰਦੀ ਫਿਰ ਜੁਡੀਸ਼ਰੀ। ਤੇ ਜੁਡੀਸ਼ਰੀ ਦੇ ਵਿੱਚ ਕੀ ਆ ਜਾਂਦਾ? ਸਭ ਤੋਂ ਸੈਂਟਰ ਦੇ ਵਿੱਚ ਉੱਪਰ ਸੁਪਰੀਮ ਕੋਰਟ, ਜਿਹਦਾ ਹੈੱਡ ਕੌਣ ਹੁੰਦਾ? ਚੀਫ ਜਸਟਿਸ ਆਫ ਇੰਡੀਆ। ਠੀਕ ਹੈ, ਸਟੇਟ ਦੇ ਵਿੱਚ ਵੀ ਉਵੇਂ ਹੀ ਹੈ ਸਾਰਾ ਕੁਝ। ਹੁਣ ਜੇਕਰ ਮੈਂ ਤੁਹਾਨੂੰ ਕਹਾਂ ਕਿ ਇਹ ਇੱਕ ਸੈਂਟਰ ਦਾ ਸ਼ੀਸ਼ਾ, ਇਹ ਸੈਂਟਰ ਦਾ ਸ਼ੀਸ਼ਾ ਇਸੇ ਤਰੀਕੇ ਦੇ ਨਾਲ ਸਟੇਟ ਦੇ ਵਿੱਚ ਹੋ ਜਾਊਗਾ, ਉੱਥੇ ਸਟੇਟ ਲੈਜਿਸਲੇਟਿਵ ਅਸੈਂਬਲੀ ਆ ਜਾਊਗੀ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਇਹ ਪੂਰੀ ਸਟਰਕਚਰ ਹੈ। ਤਾਂ ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਪੂਰੀ ਇੱਕ ਤਰ੍ਹਾਂ ਦਾ ਸਟਰਕਚਰ ਪਤਾ ਲੱਗ ਗਈ ਕਿ ਲੈਜਿਸਲੇਚਰ ਕੀ ਕੰਮ ਕਰਦੀ ਹੈ, ਐਗਜ਼ੀਕਿਊਟਿਵ ਕੀ ਕੰਮ ਕਰਦੀ ਹੈ, ਤੇ ਜੁਡੀਸ਼ਰੀ ਕੀ ਕੰਮ ਕਰਦੀ ਹੈ। ਠੀਕ ਹੈ, ਹੁਣ ਆਪਾਂ ਹਜੇ ਤਾਂ ਨਹੀਂ, ਇਸ ਦੇ ਵਿੱਚ ਤਾਂ ਆਪਾਂ ਮੇਕਿੰਗ ਆਫ ਕਨਸਟੀਟਿਊਸ਼ਨ ਆਪਾਂ ਹਾਲਾਂਕਿ ਪੂਰਾ ਪੜ੍ਹਨਾਗਾ। ਠੀਕ ਹੈ, ਕਨਸਟੀਟਿਊਸ਼ਨ ਬੇਸਿਕਲੀ ਕਿਵੇਂ ਬਣਿਆ, ਫਿਰ ਉਸ ਤੋਂ ਬਾਅਦ ਨਾਲ ਇਹ ਚੱਲਦਾ ਰਹੂਗਾ ਕਿ ਲੈਜਿਸਲੇਚਰ ਯਾਨੀ ਕਿ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਲੋਕ ਸਭਾ, ਰਾਜ ਸਭਾ, ਇਹਦੇ ਵਿੱਚ ਕਿੰਨੇ ਮੈਂਬਰ ਹੈ। ਠੀਕ ਹੈ, ਉਹ ਕਿਵੇਂ ਚੁਣੇ ਜਾਂਦੇ ਆ, ਉਹਦੇ ਵਿੱਚ ਕਿੰਨੇ ਨੋਮੀਨੇਟ ਹੁੰਦੇ ਆ? 12 ਨੋਮੀਨੇਟ ਹੁੰਦੇ ਹੈਗੇ, 2 ਹਨਾ ਲੋਕ ਸਭਾ ਦੇ ਵਿੱਚ ਹੁੰਦੇ ਹੈਗੇ। ਫਿਰ ਆਪਾਂ ਸਟੇਟਾਂ ਦੇ ਵਿੱਚ ਪੜਾਂਗੇ ਵੀ ਕਿੰਨੇ ਮੈਂਬਰ ਜਿਹੜੇ ਕਿੱਥੇ ਕਿਵੇਂ ਚੁਣੇ ਜਾਂਦੇ ਹੈਗੇ। ਠੀਕ ਹੈ ਨਾ, ਕਿੰਨੇ ਡਾਇਰੈਕਟਲੀ ਹੁੰਦੇ ਆ, ਕਿੰਨੀ ਸਟਰੈਂਥ ਹੁੰਦੀ ਹੈ, ਕਿੰਨੇ ਮਿਨੀਮਮ ਜਿਹੜੇ ਮੈਕਸਿਮਮ ਉਹ ਸਟੇਟ ਦੇ ਵਿੱਚੋਂ ਇਲੈਕਟ ਹੋ ਕੇ ਆਉਂਦੇ ਹੈਗੇ। ਠੀਕ ਹੈ, ਉਹ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ। ਲੋਕ ਸਭਾ ਹੋ ਗਿਆ, ਰਾਜ ਸਭਾ ਹੋ ਗਿਆ, ਜਾਂ ਫਿਰ ਆਪਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਹੋ ਗਿਆ, ਜਾਂ ਫਿਰ ਆਪਾਂ ਸਟੇਟ ਲੈਜਿਸਲੇਟਿਵ ਕਾਉਂਸਲ ਹੋ ਗਿਆ। ਬਟ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਇੱਥੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ MP ਕੀ ਹੈ, ਜਿਹੜਾ ਤੁਹਾਨੂੰ ਮੈਂ ਦੱਸ ਹੀ ਦਿੱਤਾ, ਮੈਂਬਰ ਆਫ ਪਾਰਲੀਮੈਂਟ। ਹੁਣ ਜੇਕਰ ਮੈਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਡਾਇਰੈਕਟ ਇਹ ਚੀਜ਼ ਕਰਾਂ ਤਾਂ S ਨੂੰ ਹਟਾ ਦਿਓ,
ਇੱਥੇ ਲਿਖ ਦਿਓ M। ਤਾਂ ਜਿਹੜਾ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਪਰਿਸ਼ਦ ਹੈ, ਠੀਕ ਹੈ, ਵਿਧਾਨ ਸਭਾ ਸੌਰੀ ਜਿਹੜੀ, ਠੀਕ ਹੈ, ਉੱਥੇ ਜਿਹੜੇ ਆਪਾਂ ਚੁਣਦੇ ਆ ਉਹ MLA ਹੁੰਦੇ ਆ। ਕੀ ਆਪਣੇ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਹੈਗੀ ਆ? ਨਹੀਂ ਹੈਗੀ, ਠੀਕ ਹੈ। ਤਾਂ ਜਿੱਥੇ ਵਿਧਾਨ ਪਰਿਸ਼ਦ ਹੈਗੀ ਆ ਐਸ ਦੀ ਥਾਂ ਤੇ ਇੱਥੇ MLA, ਉਹ ਹੁੰਦੇ MLC, ਠੀਕ ਹੈ ਨਾ। ਜਿਵੇਂ ਕਿ ਯੂਪੀ ਦੇ ਵਿੱਚ 6 ਸਟੇਟਾਂ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਹਟ ਗਈ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਜਿੱਥੇ ਜਿੱਥੇ ਵਿਧਾਨ ਪਰਿਸ਼ਦ ਜਿਹੜੀ ਜ਼ਰੂਰੀ ਨਹੀਂ ਹੁੰਦੀ ਕਿ ਹਰੇਕ ਥਾਂ ਤੇ ਵਿਧਾਨ ਪਰਿਸ਼ਦ ਹੋਵੇ, ਬਟ ਜਿੱਥੇ ਜਿੱਥੇ ਹੈਗੀ ਆ ਉੱਥੇ MLC ਵੀ ਤੁਹਾਨੂੰ ਮਿਲ ਜਾਣਗੇ, MLA ਵੀ ਮਿਲ ਜਾਣਗੇ, ਠੀਕ ਹੈ। ਸਿਰਫ ਪਾਪੂਲੇਸ਼ਨ ਤੇ ਡਿਪੈਂਡ ਕਰਦਾ ਗਾ। ਕਈ ਸਟੇਟਾਂ ਜਿਹੜੀਆਂ ਵੱਡੀਆਂ ਹੈਗੀਆਂ ਉੱਥੇ ਵਿਧਾਨ ਪਰਿਸ਼ਦ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਫਿਰ ਉਹਨਾਂ ਵੰਡਿਆ ਜਾਂਦਾ ਵਾ, ਠੀਕ ਹੈ। ਫਿਰ ਉਹਦੇ ਵਾਸਤੇ MLC ਕੰਮ ਕਰਦੇ ਆ, MLA ਕੰਮ ਕਰਦੇ ਆ, ਠੀਕ ਹੈ। ਸੋ ਆਪਾਂ ਦੇਖਦੇ ਹਾਂ ਇਹਨਾਂ ਨੂੰ, ਕੋਈ ਨਾ ਇਹਨਾਂ ਨੂੰ ਪੂਰੀ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਤਾਂ ਮੈਂ ਤੁਹਾਨੂੰ ਦੱਸਿਆਗਾ ਕਿ ਜੇਕਰ ਪੁੱਛਿਆ ਜਾਵੇ ਕਿ MLC ਕੌਣ ਹੈ, MLA ਕੌਣ ਹੈ ਜਾਂ MP ਕੌਣ ਹੈ, ਤੁਸੀਂ ਦੱਸ ਸਕੋ, ਠੀਕ ਹੈ। ਹੁਣ ਸਟੇਟ ਦੇ ਵਿੱਚ ਵੀ ਕਿਹੜੇ ਕਿਹੜੇ ਐਗਜ਼ੀਕਿਊਟ ਦੇ ਤੌਰ ਤੇ ਕੰਮ ਕਰਦੇ ਆ, ਜਾਂ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੈ, ਹਨਾ, ਉਹ ਕਿੱਥੋਂ ਕਿੱਥੋਂ ਕਿੰਨੇ ਕਿੰਨੀਆਂ ਸੀਟਾਂ ਜਿਹੜੀਆਂ ਲੈ ਕੇ ਆਉਂਦੇ, ਉਹ ਕੱਲੀ ਕੱਲੀ ਡਿਟੇਲ ਆ ਜਿਹੜੀ ਉਹ ਤੁਹਾਨੂੰ PDF ਦੇ ਵਿੱਚ ਮਿਲੂਗੀ, ਠੀਕ ਹੈ। ਬਟ ਫਿਲਹਾਲ ਆਪਾਂ ਇਹਨਾਂ ਦੀ ਸਟਰਕਚਰ ਪੜ੍ਹੀਏ। ਹੁਣ ਆਪਾਂ ਇਸ ਤੋਂ ਬਾਅਦ ਮੇਕਿੰਗ ਆਫ ਕਨਸਟੀਟਿਊਸ਼ਨ ਪੜ੍ਹਨਾਗਾ ਵੀ ਕਨਸਟੀਟਿਊਸ਼ਨ ਆ ਜਿਹੜਾ ਆਪਣਾ ਬਣਿਆ ਕਿਵੇਂ ਆ, ਠੀਕ ਹੈ। ਫਿਰ ਹੌਲੀ ਹੌਲੀ ਆਪਾਂ ਇਹਨਾਂ ਦੇ ਇਤਿਹਾਸ ਵਗੈਰਾ ਵੀ ਪੜ੍ਹਾਂਗੇ ਕਿ ਕਿੱਥੋਂ ਕੀ ਗੱਲ ਕਿਵੇਂ ਸਟਾਰਟ ਹੋਈ ਸੀ। ਸੋ ਅੱਜ ਮੇਕਿੰਗ ਦਾ ਕਨਸਟੀਟਿਊਸ਼ਨ ਹੈ। ਇਹ ਤੁਹਾਨੂੰ ਮੈਂ ਇੱਕ ਸਟਰਕਚਰ ਦੱਸਿਆ ਕਿ ਲੈਜਿਸਲੇਚਰ ਜਾਂ ਐਗਜ਼ੀਕਿਊਟਿਵ ਤੇ ਜਿਹੜਾ ਆਪਣਾ ਜੁਡੀਸ਼ਰੀ ਆ ਉਹ ਹੈ ਕੀ, ਤੁਹਾਨੂੰ ਇਹ ਪਤਾ ਲੱਗ ਗਿਆ। ਇੱਥੋਂ ਕੁਐਸਚਨ ਅੱਜ ਦੇ ਇਸ ਲੈਕਚਰ ਚੋਂ, ਜਾਨੀ ਕਿ ਇਸ ਤੋਂ ਬਾਅਦ ਆਪਾਂ ਪੜ੍ਹਨਾ ਹੀ ਅਜੇ, ਠੀਕ ਹੈ। ਇਸ ਲੈਕਚਰ ਚੋਂ ਜਿਹੜਾ ਨਿਕਲਿਆ ਹੈਗਾ ਉਹ ਕੀ ਨਿਕਲਿਆ ਹੈਗਾ ਕਿ MP ਜਿਹੜੇ ਸਾਰੇ ਉਹ ਮਿਨਿਸਟਰ ਨਹੀਂ ਹੁੰਦੇ, ਠੀਕ ਹੈ, ਬਟ ਮਿਨਿਸਟਰ ਸਾਰੇ MP ਹੁੰਦੇ। ਤੇ ਇੱਥੋਂ ਇਹ ਚੀਜ਼ ਨਿਕਲ ਕੇ ਬਣੀ ਹੈ, ਠੀਕ ਹੈ। ਸੋ ਚਲੋ ਆਪਾਂ ਹੁਣ ਇਹਦੇ ਵਿੱਚ PDF ਜਿਹੜਾ ਬਣਾਈ ਹੈ, ਯਾਨੀ ਕਿ PPT ਬਣਾਈ, ਉਹਦੇ ਵਿੱਚੋਂ ਆਪਾਂ ਪੜਾਂਗੇ ਮੇਕਿੰਗ ਆਫ ਦਾ ਕਨਸਟੀਟਿਊਸ਼ਨ। ਸੋ ਬਾਈ ਕੈਮਰਲ ਲੈਜਿਸਲੇਚਰ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦੱਸਿਆ ਹੀ ਹੈ ਕਿ ਬਾਈ ਕੈਮਰਲ ਲੈਜਿਸਲੇਚਰ ਦਾ ਮਤਲਬ ਇਹੀ ਹੈ ਕਿ ਆਪਣਾ ਲੋਕ ਸਭਾ ਹੋ ਗਿਆ, ਰਾਜ ਸਭਾ ਹੋ ਗਿਆ, ਤੇ MP ਤੇ ਮਿਨਿਸਟਰ ਦੇ ਵਿੱਚ ਤੁਹਾਨੂੰ ਡਿਫਰੈਂਸ ਮੈਂ ਦੱਸ ਹੀ ਦਿੱਤਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਊਗਾ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ MP ਐਂਡ ਮਿਨਿਸਟਰ, ਠੀਕ ਹੈ। ਸੋ ਹੁਣ ਆਪਾਂ ਜਿਹੜਾ ਪੜ੍ਹਨਾਗਾ ਉਹ ਮੇਕਿੰਗ ਆਫ ਦਾ ਕਨਸਟੀਟਿਊਸ਼ਨ ਪੜ੍ਹਨਾਗਾ। ਮੇਕਿੰਗ ਆਫ ਦਾ ਕਨਸਟੀਟਿਊਸ਼ਨ, ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿ ਕਿਸੇ ਨੂੰ ਵੀ ਦੇਸ਼ ਨੂੰ ਚਲਾਉਣਾਗਾ ਤਾਂ ਕਨਸਟੀਟਿਊਸ਼ਨ ਹੋਣਾ ਚਾਹੀਦਾ ਗਾ ਉਸ ਦੇਸ਼ ਦਾ, ਤਾਂ ਕਿ ਉਸ ਦੇਸ਼ ਦੇ ਵਿੱਚ ਇੱਕ ਰੂਲ ਆਫ ਬੁੱਕ ਹੁੰਦੀ ਹੈ ਜਿਹਦੇ ਵਿੱਚ ਸਾਰੇ ਰੂਲਸ ਐਂਡ ਰੈਗੂਲੇਸ਼ਨ ਲਿਖਿਆ ਹੁੰਦਾ ਕਿ ਦੇਸ਼ ਨੂੰ ਚਲਾਉਣਾ ਕਿਵੇਂ। ਤਾਂ ਸਭ ਤੋਂ ਪਹਿਲਾਂ ਉਸ ਕਨਸਟੀਟਿਊਸ਼ਨ ਦਾ ਆਈਡੀਆ, ਜਿਹੜਾ ਕਨਸਟੀਟਿਊਸ਼ਨ ਅਸੈਂਬਲੀ ਦਾ ਜਿਹੜਾ ਆਈਡੀਆ ਉਹ ਕਿਹਨੇ ਦਿੱਤਾ ਗਾ? MN ਰਾਏ ਨੇ ਆਈਡੀਆ ਦਿੱਤਾ ਗਾ। ਤਾਂ ਸਭ ਤੋਂ ਪਹਿਲਾਂ ਕੁਐਸਚਨ ਇੱਥੋਂ ਵਨ ਲਾਈਨਰ ਨਿਕਲ ਕੇ ਬਣਦਾ, ਜਿਹੜੇ ਛੋਟੇ ਐਗਜ਼ਾਮ ਹੁੰਦੇ ਆ, ਕਿ ਦਾ ਆਈਡੀਆ ਆਫ ਕਨਸਟੀਟਿਊਸ਼ਨ ਅਸੈਂਬਲੀ ਕਿਹਨੇ ਦਿੱਤਾ ਸੀਗਾ? MN ਰਾਏ ਨੇ 1934 ਦੇ ਵਿੱਚ। MN ਰਾਏ ਉਹ ਹੈ ਜਿਨ੍ਹਾਂ ਨੇ ਕਮਿਊਨਿਸਟ ਪਾਰਟੀ ਦਾ ਵੀ ਗਠਨ ਕੀਤਾ ਸੀਗਾ ਇੰਡੀਆ ਦੇ ਵਿੱਚ। ਹਾਲਾਂਕਿ ਜਿਹੜਾ ਫਾਊਂਡੇਸ਼ਨ ਹੋਇਆ ਸੀਗਾ ਕਮਿਊਨਿਸਟ ਪਾਰਟੀ ਦਾ, ਕਮਿਊਨਿਸਟ ਮੂਵਮੈਂਟ ਦਾ, ਉਹ ਫਾਊਂਡੇਸ਼ਨ ਜਿਹੜੀ ਸੀਗੀ ਉਹ ਹੋਈ ਸੀ ਉਜ਼ਬੇਕਿਸਤਾਨ ਦੇ ਵਿੱਚ, ਜਿਹੜਾ ਕਿ USSR ਦਾ ਉਸ ਟਾਈਮ 'ਤੇ ਸੀਗਾ 1920 ਦੇ ਵਿੱਚ। ਬਟ ਹਾਂ ਇਹ ਉਸ ਤੋਂ ਬਾਅਦ ਕਾਨਪੁਰ ਦੇ ਵਿੱਚ ਚਲਾਈ ਗਈ ਸੀ ਸੱਤਿਆ ਭਗਤਾ ਦੁਆਰਾ। ਚਲੋ ਖੈਰ ਉਹ ਕਮਿਊਨਿਸਟ ਪਾਰਟੀ ਦੀ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਕਨਸਟੀਟਿਊਸ਼ਨ ਅਸੈਂਬਲੀ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਆਈਡੀਆ ਸੀਗਾ ਉਹ MN ਰਾਏ ਹੋਰਾਂ ਨੇ ਦਿੱਤਾ। ਉਸ ਤੋਂ ਬਾਅਦ 1935 ਦੇ ਵਿੱਚ ਅਫੀਸ਼ੀਅਲੀ ਇੱਕ ਤਰ੍ਹਾਂ ਨਾਲ ਡਿਮਾਂਡ ਦੇ ਤੌਰ ਤੇ ਅਫੀਸ਼ੀਅਲੀ ਰੱਖਿਆ ਗਿਆ, ਪ੍ਰਸਤਾਵ ਰੱਖਿਆ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ, INC ਦੁਆਰਾ 1935 ਦੇ ਵਿੱਚ। ਫਿਰ 1938 ਦੇ ਵਿੱਚ ਜਵਾਹਰ ਲਾਲ ਨਹਿਰੂ ਦੁਆਰਾ ਔਨ ਦਾ ਬਿਹਾਫ ਆਫ INC ਡਿਕਲੇਅਰ ਕੀਤਾ ਗਿਆ ਕਿ ਕਨਸਟੀਟਿਊਸ਼ਨ ਆਫ ਫਰੀ ਇੰਡੀਆ ਮਸਟ ਬੀ ਫਾਰਮਡ, ਆਪਣਾ ਬਣਨਾ ਚਾਹੀਦਾ ਗਾ। ਤੇ ਇਹ ਜਿਹੜੀ ਚੀਜ਼ਾਂ ਸਾਰੀਆਂ ਫੈਕਟ ਦੇ ਤੌਰ ਤੇ ਤੁਸੀਂ ਯਾਦ ਕਰਨੀਆਂ, ਇੱਥੋਂ ਵਨ ਲਾਈਨਰ ਦੇ ਤੌਰ ਤੇ ਜਾਂ UPSC ਦੇ ਵੀ ਕੁਐਸਚਨ ਕੋਈ ਪੁੱਛੇ ਜਾਂਦੇ ਆ। ਹੁਣ ਉਸ ਤੋਂ ਬਾਅਦ ਆਪਾਂ ਡਿਮਾਂਡ ਰੱਖੀ, ਤਾਂ ਡਿਮਾਂਡ ਆ ਜਿਹੜੀ ਆਪਣੀ ਉਹ ਅਸੈਪਟ ਕਰ ਲਈ ਗਈ। ਡਿਮਾਂਡ ਨੂੰ ਜਦੋਂ ਅਸੈਪਟ ਕੀਤਾ ਤਾਂ ਉਸ ਆਫਰ ਨੂੰ ਜਿਹੜਾ ਕਹਿੰਦੇ ਆਪਾਂ ਅਗਸਤ ਆਫਰ ਕਹਿੰਦੇ 1940 ਦੇ ਵਿੱਚ। ਹਾਲਾਂਕਿ ਕੁਝ ਕਾਰਨਾਂ ਕਰਕੇ ਇਹ ਵੀ ਜਿਹੜਾ ਰਿਜੈਕਟ ਹੋ ਗਿਆ ਸੀਗਾ, ਉਹ ਕਾਰਨ ਆਪਾਂ ਅਗਸਤ ਆਫਰ ਦੀ ਡਿਟੇਲ ਦੇ ਵਿੱਚ ਪੜਾਂਗੇ। ਕੁਝ ਕਾਰਨਾਂ ਕਰਕੇ ਯਾਨੀ ਕਿ ਜਿਹੜਾ ਡਿਮਾਂਡ ਸੀ ਯਾਨੀ ਕਿ ਅਸੈਪਟ ਤਾਂ ਕਰ ਲਈ ਸੀ, ਬਸ ਉਸ ਤੋਂ ਬਾਅਦ ਰਿਜੈਕਟ ਹੋ ਗਈ ਸੀ। ਫਿਰ ਉਸ ਤੋਂ ਬਾਅਦ ਕ੍ਰਿਪਸ ਜਿਹੜਾ ਸੀਗਾ ਸਟੈਫੋਰਡ ਕ੍ਰਿਪਸ, ਉਹ ਕ੍ਰਿਪਸ ਮਿਸ਼ਨ ਲੈ ਕੇ ਆਇਆ 1942 ਦੇ ਵਿੱਚ। ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ, ਕ੍ਰਿਪਸ ਮਿਸ਼ਨ ਕਦੋਂ ਆਇਆ? ਤਾਂ 1942 ਦੇ ਵਿੱਚ ਕ੍ਰਿਪਸ ਮਿਸ਼ਨ ਲੈ ਕੇ ਆਇਆ, ਆਪਣਾ ਪ੍ਰਸਤਾਵ ਦਿੱਤਾ ਉਹਨੇ ਵੀ ਤੁਹਾਡੀ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਆ ਉਹ ਕਿਵੇਂ ਹੋ ਸਕਦੀ ਆ, ਕਿਵੇਂ ਕਿਵੇਂ ਬਣ ਸਕਦੀ ਹੈ। ਫਿਰ ਉਹ ਮੁਸਲਿਮ ਲੀਗ ਜਿਹੜੀ ਹੁੰਦੀ ਸੀਗੀ ਉਹਨਾਂ ਨੇ ਰਿਜੈਕਟ ਕਰਤੀ, ਉਹਨਾਂ ਨੂੰ ਪਸੰਦ ਨਹੀਂ ਆਈ, ਤਾਂ ਰਿਜੈਕਟਡ ਬਾਏ ਮੁਸਲਿਮ ਲੀਗ। ਤਾਂ ਇੱਥੋਂ ਵੀ ਕੁਐਸਚਨ ਇੱਕ ਪੁੱਛਿਆ ਜਾਂਦਾ ਗਾ। ਬਟ ਫਿਰ ਉਸ ਤੋਂ ਬਾਅਦ ਫਾਈਨਲੀ 1946 ਦੇ ਵਿੱਚ ਕੈਬਨਿਟ ਮਿਸ਼ਨ ਇੰਡੀਆ ਭੇਜਿਆ ਜਾਂਦਾ ਗਾ। ਫਿਰ ਆਪਣਾ ਜਿਹੜਾ ਕਨਸਟੀਟਿਊਸ਼ਨ ਅਸੈਂਬਲੀ ਜਿਹੜੀ ਬਣਨੀ ਸਟਾਰਟ ਹੁੰਦੀ, ਆਪਣਾ ਕਨਸਟੀਟਿਊਸ਼ਨ ਬਣਨਾ ਸਟਾਰਟ ਹੁੰਦਾ ਉਸ ਤੋਂ ਬਾਅਦ। ਤਾਂ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ, ਤੇ ਇਹ ਕੁਐਸਚਨ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਗਾ।
ਸੋ ਬੇਸਿਕਲੀ ਕੌਂਸਟੀਟਿਊਸ਼ਨ ਆਪਣਾ ਬਣਨਾ ਸਟਾਰਟ ਹੁੰਦਾ ਕੌਂਸਟੀਟਿਊਸ਼ਨ ਅਸੈਂਬਲੀ। ਸੋ ਹੁਣ ਆਪਾਂ ਕੰਪੋਜੀਸ਼ਨ ਪੜ੍ਹਨੀ ਆ, ਕੌਂਸਟੀਟਿਊਸ਼ਨ ਅਸੈਂਬਲੀ ਦੀ ਕੰਪੋਜੀਸ਼ਨ ਬੇਸਿਕਲੀ ਕੀ ਆ। ਸੋ ਕੌਂਸਟੀਟਿਊਟਡ ਇਨ ਨਵੰਬਰ 1946 ਜਦੋਂ ਕੈਬਨਿਟ ਮਿਸ਼ਨ ਜਿਹੜਾ ਆਇਆ, ਕੈਬਨਿਟ ਮਿਸ਼ਨ ਪਲਾਨ ਆਇਆ, ਤਾਂ ਉਸ ਦੇ ਅੰਡਰ ਜਿਹੜਾ ਕੌਂਸਟੀਟਿਊਸ਼ਨ ਅਸੈਂਬਲੀ ਬਣਨ ਲੱਗੀ ਆ। ਕਿੰਨੇ ਮੈਂਬਰ ਹੁੰਦੇ ਸੀ ਇਹਦੇ? ਤਾਂ ਟੋਟਲ ਸਟਰੈਂਥ ਆ ਜਿਹੜੀ ਉਹ ਹੁੰਦੀ ਸੀ 399। ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਹੁਣ ਕਿਉਂਕਿ ਆਪਣਾ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ, ਤਾਂ ਬ੍ਰਿਟਿਸ਼ ਇੰਡੀਆ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਸੀ, ਜਿਹੜੇ ਆਪਾਂ ਮੇਨ ਦੋ ਹਿੱਸੇ ਬਣਦੇ ਆ ਕਿ ਇੱਕ ਤਾਂ ਬ੍ਰਿਟਿਸ਼ ਇੰਡੀਆ ਹੀ ਹੋ ਗਿਆ ਜਿਹਦੇ ਵਿੱਚ ਗਵਰਨਰ ਆ ਗਏ, ਜਿਹੜੀ ਪ੍ਰੋਵਿੰਸਿਸ ਆ ਜਿਹਦੇ ਵਿੱਚ ਗਵਰਨਰ ਹੁੰਦੇ ਆ। ਆਪਾਂ ਗਵਰਨਰ ਪੜ੍ਹਦੇ ਹਾਂ ਨਾ, ਗਵਰਨਰ ਇਸ ਪ੍ਰੋਵਿੰਸ ਦਾ ਇਹ ਗਵਰਨਰ ਆ। ਜਿਵੇਂ ਅੱਜ ਕੱਲ੍ਹ ਆਪਾਂ CM ਹੈ ਹਰੇਕ ਸਟੇਟ ਦਾ, ਪ੍ਰੈਜ਼ੀਡੈਂਟ ਹੋ ਗਿਆ ਪੂਰੇ ਇੰਡੀਆ ਦਾ। ਤਾਂ ਉਸ ਤਰੀਕੇ ਦੇ ਨਾਲ ਸਟੇਟਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਗਵਰਨਰ ਹੁੰਦੇ ਸੀਗੇ, ਤਾਂ ਉਹਨੂੰ ਬ੍ਰਿਟਿਸ਼ ਇੰਡੀਆ ਕਹਿ ਦਿੰਦੇ ਸੀ। ਅਤੇ ਬਾਕੀ ਪ੍ਰੋਵਿੰਸਿਸ ਦੇ ਵਿੱਚ ਰਾਜ ਮਰਵਾੜੇ ਹੁੰਦੇ ਸੀਗੇ, ਠੀਕ ਹੈ। ਤਾਂ ਪ੍ਰਿੰਸਲੀ ਸਟੇਟਸ ਜਿਹਨੂੰ ਆਪਾਂ ਕਹਿ ਦਿੰਦੇ ਸੀ, ਪ੍ਰਿੰਸਲੀ ਸਟੇਟਸ। ਸੋ ਬੇਸਿਕਲੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਅਤੇ ਇਹਨਾਂ ਤੋਂ ਹੀ ਮੈਂਬਰ ਆਪਣੇ ਜਿਹੜੇ ਲਏ ਗਏ ਆ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ। 399 ਟੋਟਲ ਹੁੰਦੇ ਸੀ, ਜਿਹਦੇ ਵਿੱਚੋਂ ਬ੍ਰਿਟਿਸ਼ ਇੰਡੀਆ ਦੇ 296 ਸੀ। ਹੁਣ ਆਪਾਂ ਜਿਹੜੀ ਸਟੇਟਾਂ ਪੜ੍ਹਦੇ ਹਾਂ ਇੰਡੀਆ, ਜਿਵੇਂ ਮੰਨ ਲਓ ਆਪਾਂ ਓਵਰ, ਇਹਦੇ ਵਿੱਚ ਸਟੇਟਾਂ ਹੋ ਗਈਆਂ 28, ਠੀਕ ਹੈ, ਅਤੇ ਜਿਹੜੀਆਂ ਤੁਹਾਡੇ 9 ਹੋ ਗਈਆਂ ਯੂਟੀਆਂ। ਇਹ ਅੱਜ ਦੀ ਸਥਿਤੀ ਆ। ਤਾਂ ਉਸ ਟਾਈਮ 'ਤੇ ਜਿਹੜੇ ਮੈਂਬਰ ਲਏ ਗਏ ਸੀਗੇ ਉਹ 296 ਚੋਂ 292 ਜਿਹੜੇ ਮੈਂਬਰ ਸੀ ਉਹ 11 ਪ੍ਰੋਵਿੰਸੀ ਸੀਗੇ ਜਿਹਦੇ ਗਵਰਨਰ ਹੁੰਦੇ ਸੀਗੇ, ਅਤੇ 4 ਹੁੰਦੀਆਂ ਸੀ ਯੂਟੀਆਂ। ਜਿਵੇਂ ਅੱਜ 9 ਯੂਟੀ ਹੈ ਨਾ, 4 ਯੂਟੀ ਹੁੰਦੀ ਸੀ ਜਿਨ੍ਹਾਂ ਨੂੰ ਆਪਾਂ ਚੀਫ ਕਮਿਸ਼ਨਰਜ਼ ਪ੍ਰੋਵਿੰਸਿਸ ਕਹਿੰਦੇ ਸੀ, ਕਿਉਂਕਿ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਕੰਮ ਆਉਂਦੀ ਨਾ, ਤਾਂ ਉਹਦੇ ਚੀਫ ਕਮਿਸ਼ਨਰ ਹੁੰਦੇ ਸੀਗੇ। ਤਾਂ ਕਹਿਣ ਦਾ ਮਤਲਬ ਜਿਹੜੇ 296 ਚੋਂ 292 ਸੀ ਉਹ 11 ਗਵਰਨਰ ਪ੍ਰੋਵਿੰਸਿਸ 'ਚੋਂ ਸੀ, ਅਤੇ ਜਿਹੜੇ 4 ਸੀ ਉਹ ਯੂਟੀ ਜਾਂ ਉਹਨੂੰ ਚੀਫ ਕਮਿਸ਼ਨਰਜ਼ ਪ੍ਰੋਵਿੰਸਿਸ ਕਹਾਂਗੇ ਆਪਾਂ, ਠੀਕ ਹੈ। ਸੋ ਇਹ ਪੁੱਛ ਲਿਆ ਜਾਂਦਾ ਹੁੰਦਾ ਵੀ 11 ਅਤੇ 4, ਤਾਂ ਇਹ ਹੋ ਗਿਆ ਤੁਹਾਡਾ 292, ਅਤੇ 4 ਮੈਂਬਰ ਆ ਜਿਹੜੇ ਉਹ 4 ਯੂਟੀਆਂ 'ਚੋਂ ਲਏ ਗਏ, 4 ਚੀਫ ਕਮਿਸ਼ਨਰ ਪ੍ਰੋਵਿੰਸਿਸ 'ਚੋਂ ਲਏ ਗਏ, ਠੀਕ ਹੈ। ਸੋ 296 ਮੈਂਬਰ ਹੋ ਗਏ ਬ੍ਰਿਟਿਸ਼ ਇੰਡੀਆ, ਅਤੇ ਬਾਕੀ ਜਿਹੜੇ 93 ਰਹਿ ਗਏ ਉਹ ਪ੍ਰਿੰਸਲੀ ਸਟੇਟ ਸੀ ਜਿੱਥੇ ਰਾਜੇ ਮਰਵਾੜੇ ਜਿਹੜੇ ਉਹ ਰਾਜ ਕਰਦੇ ਸੀਗੇ। 93 ਹੋ ਗਈ ਤੁਹਾਡੀਆਂ ਪ੍ਰਿੰਸਲੀ ਸਟੇਟਸ। ਹੁਣ ਜਿਹੜੀਆਂ ਸੀਟਸ ਇਹ ਐਲੋਕੇਟ ਕੀਤੀਆਂ ਜਾਂਦੀਆਂ ਸੀਗੀਆਂ, ਇਹ ਇਨ ਦਾ ਰਿਸਪੈਕਟਿਵ ਆਫ ਪਾਪੂਲੇਸ਼ਨ 'ਤੇ ਯਾਨੀ ਕਿ ਬਿਹਾਫ 'ਤੇ ਕੀਤੀਆਂ ਜਾਂਦੀਆਂ ਸੀ। ਲਗਭਗ ਇੱਕ ਬੰਦੇ ਨੂੰ ਤੁਸੀਂ ਕਹਿ ਸਕਦੇ ਹੋ ਵੀ 1 ਮਿਲੀਅਨ ਦੇ ਤੌਰ 'ਤੇ ਜਿਹੜੀ ਯਾਨੀ ਕਿ ਆਬਾਦੀ ਆ ਜਾਂਦੀ ਸੀਗੀ, 1 ਮਿਲੀਅਨ ਦੇ ਤੌਰ 'ਤੇ ਸੀਟਾਂ ਬਣੀਆਂ ਜਾਂਦੀਆਂ ਸੀ, ਠੀਕ ਹੈ। ਸੋ ਸੀਟਸ ਐਲੋਕੇਟਡ ਟੂ ਈਚ ਬ੍ਰਿਟਿਸ਼ ਪ੍ਰੋਵਿੰਸ, ਜਿਹੜੀਆਂ ਬ੍ਰਿਟਿਸ਼ ਪ੍ਰੋਵਿੰਸ ਦੇ ਵਿੱਚ ਸੀਟਸ ਐਲੋਕੇਟ ਕੀਤੀਆਂ ਜਾਂਦੀਆਂ ਸੀ ਉਹ 3 ਕਮਿਊਨਿਟੀ ਦੇ ਵਿੱਚ ਆਉਂਦੀਆਂ ਸੀ। ਇਹ ਵੀ ਕੁਐਸਚਨ ਬਹੁਤ ਪੁੱਛਿਆ ਜਾਂਦਾ ਵੀ ਉਹ ਪ੍ਰਿੰਸੀਪਲ ਜਿਹੜੀਆਂ ਕਮਿਊਨਿਟੀ ਸੀ ਉਹ ਕਿਹੜੀਆਂ ਸੀ? ਮੁਸਲਿਮ, ਸਿੱਖ ਅਤੇ ਜਰਨਲ। ਜਰਨਲ ਦੇ ਵਿੱਚ ਯਾਨੀ ਕਿ ਐਕਸੈਪਟ ਆਫ ਮੁਸਲਿਮ ਅਤੇ ਸਿੱਖਾਂ ਅਤੇ ਮੁਸਲਿਮ ਨੂੰ ਛੱਡ ਕੇ ਬਾਕੀ ਜਿਹੜੀਆਂ ਕਮਿਊਨਿਟੀ ਰਹਿ ਗਈਆਂ, ਜਿਹਦੇ ਵਿੱਚ ਬੁੱਧਿਜ਼ਮ, ਜੈਨਿਜ਼ਮ, ਆਪਣਾ ਕ੍ਰਿਸਚਨ ਵਗੈਰਾ ਆ ਗਏ, ਤਾਂ ਸਾਰਾ ਕੁਛ ਇਹ ਹੁੰਦਾ ਸੀ। ਜਿਹੜੇ ਵੀ ਯਾਨੀ ਕਿ ਜਿੰਨੇ ਵੀ ਕਾਸਟਾਂ ਦੇ ਹੋਰ ਰਹਿ ਗਏ, ਠੀਕ ਹੈ। ਸੋ ਮੁਸਲਿਮ, ਸਿੱਖ ਅਤੇ ਬਾਕੀ ਜਰਨਲ, ਇਹ 3 ਪ੍ਰਿੰਸੀਪਲ ਜਿਹੜੀਆਂ ਸੀਗੀਆਂ ਆਪਣੀਆਂ ਕਮਿਊਨਿਟੀ ਸੀ ਜਿਨ੍ਹਾਂ ਨੂੰ ਵੰਡਿਆ ਗਿਆ ਸੀ। ਹੁਣ ਇਹ ਕਮਿਊਨਿਟੀ ਜਿਹੜੀਆਂ ਹੁੰਦੀਆਂ ਸੀ ਆਪਦੇ ਮੈਂਬਰ ਨੂੰ ਹੀ ਵੋਟਾਂ ਪਾ ਸਕਦੇ ਸੀ, ਯਾਨੀ ਕਿ ਦਾ ਰਿਪਰੈਜ਼ੈਂਟੇਟਿਵਸ ਆਫ ਈਚ ਕਮਿਊਨਿਟੀ ਵਰ ਟੂ ਬੀ ਇਲੈਕਟਡ ਬਾਈ ਦ ਮੈਂਬਰਸ ਆਫ ਦੈਟ ਕਮਿਊਨਿਟੀ। ਉਸੇ ਕਮਿਊਨਿਟੀ ਦੇ ਜਿਹੜੇ ਮੈਂਬਰ ਹੁੰਦੇ ਸੀਗੇ ਉਹੀ ਚੁਣਦੇ ਹੁੰਦੇ ਸੀ, ਯਾਨੀ ਕਿ ਮੁਸਲਿਮ ਦਾ ਮੁਸਲਿਮ ਨੂੰ, ਸਿੱਖਾਂ ਦਾ ਸਿੱਖ ਨੂੰ, ਬਾਕੀ ਜਰਨਲ ਦੇ ਜਰਨਲ ਨੂੰ, ਠੀਕ ਹੈ। ਤਾਂ ਇਸ ਤਰੀਕੇ ਨਾਲ ਵੰਡੇ ਗਏ ਸੀ। ਤੁਹਾਨੂੰ ਪਤਾ ਮੁਸਲਿਮ ਲੀਗ ਹੈ ਜਿਹੜੀ 1906 ਤੋਂ ਲੈ ਕੇ ਉਸ ਤੋਂ ਬਾਅਦ 1909 ਦੇ ਵਿੱਚ ਪਾਰਲੀਮੈਂਟ ਰਿਫਾਰਮ ਆਇਆ, ਉਹਨਾਂ ਨੇ ਆਪਣੀਆਂ ਸੈਪਰੇਟ ਇਲੈਕਟੋਰੇਟ ਮੰਗਿਆ, ਅਤੇ ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਵੀ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ। ਤਾਂ ਇਸ ਤਰੀਕੇ ਦੇ ਨਾਲ ਯਾਨੀ ਕਿ ਜਿਹੜੀ ਕਮਿਊਨਿਟੀਆਂ ਵੰਡੀਆਂ ਗਈਆਂ, ਤਾਂ ਉਸ ਤੋਂ ਬਾਅਦ ਵੋਟਾਂ ਹੁੰਦੀਆਂ ਸੀ। ਹੁਣ ਜਿਹੜੀਆਂ ਵੋਟਾਂ ਹੁੰਦੀਆਂ ਸੀ ਇਹ ਡਾਇਰੈਕਟਲੀ, ਇਨਡਾਇਰੈਕਟਲੀ ਮੈਥਡ ਅਤੇ ਡਾਇਰੈਕਟਲੀ ਮੈਥਡ ਹੁੰਦਾ ਗਾ। ਜਿਵੇਂ ਅੱਜ ਕੱਲ੍ਹ ਆਪਾਂ ਜਿਹੜੇ ਮੈਂਬਰ ਚੁਣਦੇ ਹਾਂ ਲੋਕ ਸਭਾ ਦੇ ਵਿੱਚ, ਆਪਾਂ ਡਾਇਰੈਕਟਲੀ ਭੇਜਦੇ ਹਾਂ। ਡਾਇਰੈਕਟਲੀ ਭੇਜਣ ਦਾ ਮਤਲਬ ਕੀ ਆ ਕਿ ਆਪਾਂ ਡਾਇਰੈਕਟ ਵੋਟਾਂ ਕਰਦੇ ਹਾਂ ਅਤੇ ਉਹ ਆਪਣੇ ਚੁਣਿੰਦੇ ਨੁਮਾਇੰਦੇ ਜਿਹੜੇ ਉਹ ਨੁਮਾਇੰਦੇ ਆ ਜਿਹੜੇ ਉਹ ਗਾਹਾਂ ਜਾਂਦੇ ਆ। ਬਟ ਉਸ ਟਾਈਮ 'ਤੇ ਇਹ ਇਨਡਾਇਰੈਕਟਲੀ ਮੈਥਡ ਸੀਗਾ। ਇਹ ਬਹੁਤ ਵਾਰੀ UPSC ਦੇ ਵਿੱਚ ਪੁੱਛਿਆ ਜਾਂਦਾ ਗਾ। ਇਨਡਾਇਰੈਕਟਲੀ ਦਾ ਮਤਲਬ ਇਹ ਆ ਵੀ ਜਿਵੇਂ ਮੰਨ ਲਓ ਮੈਂ ਕਹਾਂ ਕਿ ਬੰਗਾਲ ਪ੍ਰੋਵਿੰਸ ਹੈ, ਤਾਂ ਬੰਗਾਲ ਪ੍ਰੋਵਿੰਸ ਦੇ ਵਿੱਚ ਸਾਰਿਆਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਸੀਗਾ, ਕੁਛ ਚੁਣਿੰਦੇ ਹੀ ਸੀਗੇ ਜਿਹੜੇ ਮੈਂਬਰ ਚੁਣੇ ਗਏ ਸੀ ਕੌਂਸਟੀਟਿਊਸ਼ਨ ਅਸੈਂਬਲੀ ਦਾ, ਠੀਕ ਹੈ ਨਾ। ਤਾਂ ਇਨਡਾਇਰੈਕਟ ਚੁਣੇ ਗਏ ਸੀ ਉਹ, ਠੀਕ ਹੈ ਨਾ। ਇਨਡਾਇਰੈਕਟ ਦਾ ਮਤਲਬ ਇਹ ਆ ਵੀ ਜਿਵੇਂ ਮੰਨ ਲਓ ਆਪਾਂ ਬੰਦੇ ਚੁਣ ਲਏ, ਜਿਹੜੇ ਕੁਛ ਚੁਣਿੰਦੇ ਬੰਦੇ ਸੀਗੇ ਉਹਨਾਂ ਨੇ ਬੰਦੇ ਚੁਣ ਲਏ, ਉਹਨਾਂ ਨੇ ਹੀ ਗਾਹਾਂ ਵੋਟ ਪਾਈ ਹੈ, ਠੀਕ ਹੈ। ਤਾਂ ਇਨਡਾਇਰੈਕਟਲੀ ਹੋ ਗਿਆ ਨਾ। ਤਾਂ ਇਨਡਾਇਰੈਕਟਲੀ ਇਲੈਕਟਡ ਬਾਏ ਦਾ ਮੈਂਬਰਸ ਆਫ ਦਾ ਪ੍ਰੋਵਿੰਸ਼ਲ ਅਸੈਂਬਲੀਜ਼, ਠੀਕ ਹੈ। ਸੋ ਇਹਨਾਂ ਦੁਆਰਾ ਜਿਹੜੀ ਯਾਨੀ ਕਿ ਇਲੈਕਟ ਕੀਤੇ ਗਏ ਇਨਡਾਇਰੈਕਟ। ਤਾਂ ਰਿਪਰੈਜ਼ੈਂਟੇਟਿਵ ਆਫ ਦਾ ਪ੍ਰਿੰਸਲੀ ਸਟੇਟਸ ਵਰ ਨੋਮੀਨੇਟਡ ਬਾਏ ਦਾ ਹੈਡਸ ਆਫ ਦਾ ਪ੍ਰਿੰਸਲੀ ਸਟੇਟਸ। ਸੋ ਜਿਹੜੇ ਪ੍ਰਿੰਸਲੀ ਸਟੇਟਸ ਹੁੰਦੀਆਂ ਸੀ, ਜਿਹੜੀਆਂ ਆਪਾਂ 93 ਪ੍ਰਿੰਸਲੀ ਸਟੇਟ ਪੜ੍ਹੀਆਂ ਜਿੱਥੇ ਰਾਜ ਮਰਵਾੜੇ ਹੁੰਦੇ ਸੀਗੇ, ਉਹਨਾਂ ਨੇ ਆਪਣੇ ਹੈੱਡ ਆ ਜਿਹੜੇ ਉਹ ਨੋਮੀਨੇਟ ਕੀਤੇ ਆ, ਠੀਕ ਹੈ। ਜਿਹੜੇ ਮੈਂਬਰ ਯਾਨੀ ਕਿ 93 ਜਿਹੜੇ ਮੈਂਬਰ ਭੇਜੇ ਗਏ ਆ, ਠੀਕ ਹੈ, ਜਿਹੜੀਆਂ ਆਪਾਂ 93 ਮੈਂਬਰ ਜਿਹੜੇ ਭੇਜੇ ਗਏ ਉਹ ਯਾਨੀ ਕਿ ਨੋਮੀਨੇਟ ਕੀਤੇ ਗਏ ਆ। ਜਿਵੇਂ ਮੰਨ ਲਓ ਮੈਂ ਕਹਾਂ ਕਿ ਪ੍ਰਿੰਸਲੀ ਸਟੇਟ ਦਾ ਕੋਈ ਰਾਜਾ ਸੀਗਾ, ਠੀਕ ਹੈ, ਮੰਨ ਲਓ ਰਾਜਾ ਦਵਿੰਦਰ ਸਿੰਘ,
ठीक है, प्रिंसली स्टेट का राजा कोई दविंदर सिंह आ, तो उन्हें किसी ने नोमीनेट करके भेजा कि तू जा, तू मैंबर बन कॉन्स्टिट्यूशन असैंबली का, तो उन्हें आप भेजा। ठीक है, बट ਜਿਹੜੀਆਂ ब्रिटिश इंडिया ਦੇ ਵਿੱਚ ਪ੍ਰੋਵਿੰਸਿਸ ਆਉਂਦੀਆਂ ਸੀਗੀਆਂ, ठीक है, ਉਹਨਾਂ ਦੇ ਆਪਾਂ ਇਨਡਾਇਰੈਕਟਲੀ ਮੈਥਡ ਦੇ ਨਾਲ ਭੇਜਾਗਾ। ਹੁਣ ਡਾਇਰੈਕਟਲੀ ਮੈਥਡ ਜਾਂ ਇਨਡਾਇਰੈਕਟਲੀ ਮੈਥਡ ਇਹ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਇਨਡਾਇਰੈਕਟ ਇਲੈਕਸ਼ਨਸ, ਡਾਇਰੈਕਟ ਇਲੈਕਸ਼ਨਸ ਉਹ ਕੀ ਹੁੰਦੀਆਂ ਗੀਆਂ। ਠੀਕ ਹੈ, ਤਾਂ ਇੱਥੋਂ ਕੁਐਸਚਨ ਬਸ ਇਹੀ ਪੁੱਛਿਆ ਜਾ ਸਕਦਾ ਵੀ ਜਿਹੜੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਉਹਦੀਆਂ ਇਲੈਕਸ਼ਨਾਂ ਕਿਵੇਂ ਹੋਈਆਂ ਸੀ, ਉਹ ਇਨਡਾਇਰੈਕਟ ਮੈਥਡ ਦੇ ਨਾਲ ਹੋਈਆਂ ਸੀ। ਸੋ ਇੱਥੋਂ ਪਤਾ ਲੱਗਦਾ ਕਿ ਇਨਡਾਇਰੈਕਟ ਮੈਥਡ ਦੇ ਨਾਲ ਵੀ ਚੁਣੇ ਗਏ ਤੇ ਬਾਕੀ ਨੋਮੀਨੇਟਡ ਮੈਂਬਰਸ ਵੀ ਚੁਣੇ ਗਏ। ਤਾਂ ਇੱਥੋਂ ਕੀ ਪਤਾ ਲੱਗਦਾ ਵੀ ਜਿਹੜੀ ਕੌਂਸਟੀਟਿਊਸ਼ਨ ਅਸੈਂਬਲੀ ਸੀ ਆਪਣੀ, ਉਹ ਪਾਰਸ਼ਲੀ ਇਲੈਕਟਡ ਤੇ ਪਾਰਸ਼ਲੀ ਨੋਮੀਨੇਟਡ ਬੋਡੀ ਸੀ। ਠੀਕ ਹੈ, ਪਾਰਸ਼ਲੀ ਆਪਾਂ ਕੁਛ ਤਾਂ ਇਲੈਕਟ ਕੀਤੇ ਆ ਤੇ ਕੁਛ ਨੋਮੀਨੇਟਡ ਮੈਂਬਰ ਸੀ। ਤਾਂ ਇਹ ਪੁੱਛਿਆ ਜਾਂਦਾ ਵੀ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਬੇਸਿਕਲੀ ਕੀ ਸੀ। ਹੁਣ ਜੇਕਰ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਲੈਕਸ਼ਨਾਂ ਦੀ, ਤਾਂ ਇਲੈਕਸ਼ਨਾਂ ਹੋਈਆਂ, ਓਬਵੀਅਸਲੀ ਇਲੈਕਸ਼ਨਾਂ ਹੋਣਗੀਆਂ। ਤਾਂ ਅਗਸਤ 1946, ਜੁਲਾਈ ਅਗਸਤ 1946 ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਾਂ ਹੋਈਆਂ 296 ਸੀਟਾਂ 'ਤੇ। ਹੁਣ ਤੁਸੀਂ ਕਹੋਗੇ ਵੀ ਜਿਹੜੀਆਂ 93 ਪ੍ਰਿੰਸਲੀ ਸਟੇਟ ਸੀ ਉਹ ਕਿੱਧਰ ਗਈਆਂ? ਇਹਨਾਂ ਨੇ ਭਾਈ ਬੈਕਆਊਟ ਕਰ ਲਿਆ ਸੀ, ਇਹਨਾਂ ਨੇ ਵਿਦਡਰੋ ਕਰਤਾ ਸੀਗਾ ਇਲੈਕਸ਼ਨਸ ਤੋਂ। ਇਹ ਕਹਿੰਦੇ ਭਾਈ ਅਸੀਂ ਤਾਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਹੀਂ ਲੈਣਾ, ਅਸੀਂ ਤਾਂ ਪਾਸੇ ਹੀ ਹਾਂ। ਤਾਂ ਫਿਰ ਇਲੈਕਸ਼ਨਾਂ ਜਿਹੜੀਆਂ ਹੋਈਆਂ ਉਹ 296 ਸੀਟਾਂ 'ਤੇ ਹੋਈਆਂ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਗਾ। ਤਾਂ ਜੁਲਾਈ ਅਗਸਤ 1946 ਦੇ ਵਿੱਚ ਇਲੈਕਸ਼ਨਾਂ ਹੋਈਆਂ। ਰਿਜ਼ਲਟ ਉਹਦੇ ਇਸ ਤਰ੍ਹਾਂ ਦੇ ਆਏ। ਇੰਡੀਅਨ ਨੈਸ਼ਨਲ ਕਾਂਗਰਸ ਨੇ 208 ਸੀਟਾਂ ਜਿੱਤੀਆਂ, ਮੁਸਲਿਮ ਲੀਗ ਨੇ 73 ਸੀਟਾਂ ਜਿੱਤੀਆਂ ਤੇ ਉਸ ਤੋਂ ਬਾਅਦ ਅਦਰਸ ਆ ਜਿਹੜੇ ਉਹ 15 ਅਦਰ ਮਤਲਬ ਜਿਹੜੀਆਂ ਅਲੱਗ-ਅਲੱਗ ਇੰਡੀਪੈਂਡੈਂਟ ਵਗੈਰਾ ਜਿਹਦੇ ਵਿੱਚ ਆ ਜਾਂਦੇ ਹੈਗੇ। ਠੀਕ ਹੈ, ਤਾਂ ਮੁਸਲਿਮ ਲੀਗ ਨੇ 73 ਜਿੱਤੀਆਂ, ਹਾਲਾਂਕਿ ਇਹ ਵੀ ਬੈਕਆਊਟ ਬਾਅਦ ਦੇ ਵਿੱਚ ਕਰ ਗਏ ਸੀ, ਮੈਂਬਰ ਬਹੁਤ ਜ਼ਿਆਦਾ ਘਟ ਗਏ ਸੀ। ਤਾਂ 208 73 ਤੁਸੀਂ ਯਾਦ ਰੱਖਣਾ, ਵੇਰਵਾ ਪੁੱਛਿਆ ਜਾਂਦਾ ਗਾ। ਹੁਣ ਪ੍ਰਿੰਸਲੀ ਸਟੇਟਸ ਆ, ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਨੇ ਤਾਂ ਕਹਿਤਾ ਭਾਈ ਇਸ ਤਾਂ ਇਲੈਕਸ਼ਨਾਂ ਤੋਂ ਦੂਰ ਰਵਾਂਗੇ, ਡਿਸਾਈਡਡ ਟੂ ਸਟੇ ਅਵੇ ਫਰੋਮ ਦਾ ਇਲੈਕਸ਼ਨਸ। ਸਭ ਤੋਂ ਪਹਿਲਾਂ ਇੰਪੋਰਟੈਂਟ ਕੁਐਸਚਨ ਇੱਕ ਹੋਰ ਪੁੱਛਿਆ ਜਾਂਦਾ ਕਿ ਇਹਨਾਂ ਇਲੈਕਸ਼ਨਸ ਦੇ ਵਿੱਚ ਜਾਂ ਕੌਂਸਟੀਟਿਊਸ਼ਨ ਅਸੈਂਬਲੀ ਹੈ ਜਿਹੜੀ, ਉਹਦਾ ਹਿੱਸਾ ਕੌਣ ਨਹੀਂ ਰਹੇ। ਹਾਲਾਂਕਿ ਬਹੁਤ ਫੇਮਸ ਪਰਸਨੈਲਿਟੀ ਜਿਹੜੇ ਇਹਨਾਂ ਦਾ ਹਿੱਸਾ ਰਹੀਆਂ, ਬਟ ਦੋ ਫੇਮਸ ਪਰਸਨੈਲਿਟੀਆਂ ਸੀ ਜਿਹੜੀਆਂ ਇਹਨਾਂ ਤੋਂ ਦੂਰ ਰਹੀਆਂ। ਮਹਾਤਮਾ ਗਾਂਧੀ, ਮੁਹੰਮਦ ਅਲੀ ਜਿੰਨਾ ਡਿਡ ਨਾਟ ਪਾਰਟ ਦਾ ਕੌਂਸਟੀਟਿਊਸ਼ਨ ਅਸੈਂਬਲੀ। ਮਹਾਤਮਾ ਗਾਂਧੀ ਦਾ ਕਹਿਣਾ ਤਾਂ ਇਹੀ ਸੀਗਾ ਕਿ ਮੇਰਾ ਕੰਮ ਇੱਥੋਂ ਤੱਕ ਹੀ ਸੀਗਾ, ਬਾਕੀ ਇਲੈਕਸ਼ਨਾਂ ਦਾ ਜਿਹੜਾ ਕੰਮ ਆ ਉਹ ਤੁਹਾਡਾ ਗਾ। ਉਹਨਾਂ ਨੇ ਇਸ ਚੀਜ਼ 'ਚ ਹਿੱਸਾ ਨਹੀਂ ਲਿਆ। ਠੀਕ ਹੈ, ਮੁਹੰਮਦ ਅਲੀ ਜਿਨ੍ਹਾਂ ਦੇ ਵੀ ਅਲੱਗ-ਅਲੱਗ ਕਾਰਨ ਸੀਗੇ, ਯਾਨੀ ਕਿ ਕੌਂਸਟੀਟਿਊਸ਼ਨ ਅਸੈਂਬਲੀ ਦੇ ਪਾਰਟ ਨਹੀਂ ਬਣੇ, ਇਹਨਾਂ ਨੇ ਪਾਰਟ ਨਹੀਂ ਕੀਤਾ। ਸੋ ਇਹ ਬਹੁਤ ਵਾਰੀ ਪੁੱਛਿਆ ਜਾਂਦਾ ਵੀ ਦੋ ਜਿਹੜੇ ਕਿਹੜੇ ਇਹੋ ਜਿਹੇ ਮੈਂਬਰ ਸੀਗੇ ਤਾਂ ਕਿਹੜੇ ਇੰਪੋਰਟੈਂਟ ਪਰਸਨੈਲਿਟੀ ਸੀ ਜਿਨ੍ਹਾਂ ਨੇ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਹਿੱਸਾ ਨਹੀਂ ਲਿਆ। ਠੀਕ ਹੈ, ਹੁਣ ਐਕਸਟਰਾ ਨੋਟਸ ਦੇ ਵਿੱਚ ਇਹੀ ਆ ਜਾਂਦਾ। ਦੇਖੋ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦੇਣਾ ਕਿ ਆਪਾਂ ਜਿਹੜਾ ਪੜ੍ਹਨਾ ਹੈਗਾ, ਕਿਉਂਕਿ ਪਹਿਲਾ ਲੈਕਚਰ ਹੈ, ਜਿਵੇਂ ਹੁਣ ਮੇਕਿੰਗ ਆਫ ਕੌਂਸਟੀਟਿਊਸ਼ਨ ਬਾਰੇ ਪੜ੍ਹ ਲਿਆ। ਇਹ ਪੀਪੀਟੀ ਜਿਹੜੀ ਬਣਾਈ ਹੈ ਸਿਰਫ ਇਸੇ ਕਰਕੇ ਹੈ ਕਿ ਜਿਹੜੇ ਸਟੈਟਿਕ ਫੈਕਟ ਆ ਨਾ ਉਹ ਪੀਪੀਟੀ ਦੇ ਵਿੱਚ ਕਵਰ ਹੋ ਜਾਣਗੇ, ਕਿਉਂਕਿ ਵੀਡੀਓ ਦੇ ਵਿੱਚ ਸਾਰੇ ਕਵਰ ਹੋਣੇ ਬਹੁਤ ਇੰਪੋਰਟੈਂਟ, ਯਾਨੀ ਕਿ ਮੁਸ਼ਕਿਲ ਹੈ। ਠੀਕ ਹੈ, ਜਿੰਨੇ ਵੀ ਇੰਪੋਰਟੈਂਟ ਫੈਕਟਸ ਆ, ਬਟ ਜਦੋਂ ਸਲਾਈਡਸ ਬਣਦੀਆਂ ਉਹਦੇ ਵਿੱਚ ਇੰਪੋਰਟੈਂਟ ਫੈਕਟਸ ਵਗੈਰਾ ਲਿਖੇ ਜਾਂਦੇ ਹੈਗੇ। ਠੀਕ ਹੈ, ਤਾਂ ਵੀਡੀਓ ਲੈਕਚਰ ਮੈਂ ਹਮੇਸ਼ਾ ਅਟੈਚ ਕਰਿਆ ਕਰੂੰਗਾ ਨਾਲ, ਉਹਨੂੰ ਸਮਝਾਉਣ ਵਾਸਤੇ, ਕਿਉਂਕਿ ਉਹਦੇ ਵਿੱਚ ਆਪਾਂ ਇੱਕ ਵੀਡੀਓ ਦੇ ਵਿੱਚ ਸਮਝਣਾ ਹੁੰਦਾ ਕਿ ਅਸਲ ਦੇ ਵਿੱਚ ਮੈਥਡ ਕੀ ਹੈ। ਤਾਂ ਐਕਸਟਰਾ ਨੋਟਸ ਜਿਵੇਂ ਕਿ ਹੁਣ ਕੌਂਸਟੀਟਿਊਸ਼ਨ ਹੈ, ਤਾਂ ਕੌਂਸਟੀਟਿਊਸ਼ਨ ਬਾਰੇ ਆਪਾਂ ਜਾਣ ਲਿਆ ਕਿ ਕੌਂਸਟੀਟਿਊਸ਼ਨ ਬਣਿਆ ਕਿਵੇਂ ਆ। ਤਾਂ ਬੇਸਿਕਲੀ ਕੌਂਸਟੀਟਿਊਸ਼ਨ ਦੀ ਜੇਕਰ ਆਪਾਂ ਡੈਫੀਨੇਸ਼ਨ ਬਣਾਵਾਂਗੇ ਤਾਂ ਕੀ ਹੈ ਕਿ ਕੌਂਸਟੀਟਿਊਸ਼ਨ ਇਜ਼ ਦਾ ਫੰਡਾਮੈਂਟਲ ਐਂਡ ਦਾ ਆਰਗੈਨਿਕ ਲਾਅ ਆਫ ਲੈਂਡ ਨੇਸ਼ਨ। ਕਿਸੇ ਲੈਂਡ ਦਾ, ਕਿਸੇ ਨੇਸ਼ਨ ਦਾ ਇੱਕ ਲਾਅ ਹੈ, ਆਰਗੈਨਿਕ ਲਾਅ ਹੈ, ਇੱਕ ਫੰਡਾਮੈਂਟਲ ਹੈ, ਬੇਸਿਕ ਸਟਰਕਚਰ ਹੈ ਦੈਟ ਐਸਟੈਬਲਿਸ਼ਿਜ਼ ਦਾ ਕਨਸੈਪਸ਼ਨ, ਕਰੈਕਟਰ ਐਂਡ ਆਰਗੇਨਾਈਜੇਸ਼ਨ ਆਫ ਦਾ ਗਵਰਨਮੈਂਟ। ਇਹ ਬਹੁਤ ਚੀਜ਼ਾਂ ਗੀਆਂ। ਐਕਸਟਰਾ ਨੋਟਸ ਦਾ ਮਤਲਬ ਇਹ ਹੈ ਕਿ ਮੰਨ ਲਓ ਤੁਸੀਂ ਇੰਟਰਵਿਊ ਦੇ ਰਹੇ ਹੋ, ਉੱਥੇ ਪੁੱਛ ਲਿਆ ਕਿ ਵਾਟ ਇਜ਼ ਕੌਂਸਟੀਟਿਊਸ਼ਨ, ਤਾਂ ਤੁਸੀਂ ਦੱਸ ਸਕਦੇ ਹੋ ਕਿ ਕੌਂਸਟੀਟਿਊਸ਼ਨ ਜਿਹੜਾ ਆਪਣਾ ਇੱਕ ਤਰ੍ਹਾਂ ਦਾ ਫੰਡਾਮੈਂਟਲ ਹੈ, ਆਰਗੈਨਿਕ ਲਾਅ ਹੈ ਕਿਸੇ ਨੇਸ਼ਨ ਦਾ, ਕਿਸੇ ਵੀ ਲੈਂਡ ਦਾ, ਜਿਹੜਾ ਕਿ ਐਸਟੈਬਲਿਸ਼ ਕਰਦਾ ਹੈਗਾ ਕਨਸੈਪਸ਼ਨ ਨੂੰ, ਕਰੈਕਟਰ ਨੂੰ, ਆਰਗੇਨਾਈਜੇਸ਼ਨ ਨੂੰ ਆਫ ਦਾ ਗਵਰਨਮੈਂਟ। ਹੁਣ ਕਨਸੈਪਸ਼ਨ, ਕਰੈਕਟਰ, ਆਰਗੇਨਾਈਜੇਸ਼ਨ ਕੀ ਹੈ? ਦੇਖੋ ਮੈਂ ਜਿਹੜਾ ਇਹ ਪੇਡ ਕੋਰਸ ਬਣਾਊਂਗਾ ਜਾਂ ਬਣਾ ਰਿਹਾ ਗਾ, ਇਹਦਾ ਸਿਰਫ ਮਕਸਦ ਇਹੀ ਹੈ ਕਿ ਤੁਸੀਂ ਜੇਕਰ ਇਹਨਾਂ ਨੂੰ ਪੜ੍ਹ ਲਿਆ ਤਾਂ ਕਿਤੋਂ ਵੀ ਹੋਰ ਪੜ੍ਹਨ ਦੀ ਲੋੜ ਨਹੀਂ। ਇਹਦੇ ਵਿੱਚ ਕਰੰਟ ਵੀ ਆਊਗਾ, ਸਟੈਟਿਕ ਵੀ ਆਊਗਾ, ਹਿਸਟਰੀ ਵੀ ਆਊਗੀ, ਯਾਨੀ ਕਿ ਸਾਰਾ ਕੁਛ ਪੋਲਿਟੀ ਦਾ ਜਿਹੜਾ ਇੰਪੋਰਟੈਂਟ ਬਣਦਾ ਗਾ। ਇੰਟਰਵਿਊ ਬੇਸ 'ਤੇ ਵੀ ਜਿਹੜੇ ਕੁਐਸਚਨ, ਥਿਊਰੀ ਬੇਸ 'ਤੇ ਵੀ ਜਿਹੜੇ ਕੁਐਸਚਨ ਬਣਨਗੇ ਉਹ ਵੀ ਤੁਹਾਨੂੰ ਮੈਂ ਨਾਲ ਦੱਸੂਗਾ। ਠੀਕ ਹੈ ਨਾ। ਸੋ ਬੇਸਿਕਲੀ ਕਨਸੈਪਸ਼ਨ, ਕਰੈਕਟਰ, ਆਰਗੇਨਾਈਜੇਸ਼ਨ ਕੀ ਹੈ? ਕਨਸੈਪਸ਼ਨ ਆਫ ਗਵਰਨਮੈਂਟ ਦਾ ਮਤਲਬ ਕੀ ਹੈ ਕਿ ਫਾਊਂਡੇਸ਼ਨ। ਹੁਣ ਜਿਵੇਂ ਆਪਾਂ ਆਪਦੀ ਗਵਰਨਮੈਂਟ ਦੀ ਫਾਊਂਡੇਸ਼ਨ ਕਹੀਏ ਕਿ ਆਪਣੀ ਗਵਰਨਮੈਂਟ ਦੀ ਫਾਊਂਡੇਸ਼ਨ ਬੇਸਿਕਲੀ ਕਿਵੇਂ ਹੋਈ ਹੈ? ਡੈਮੋਕ੍ਰੇਸੀ ਹੈ। ਠੀਕ ਹੈ ਨਾ, ਲੋਕਾਂ ਦੁਆਰਾ ਚੁਣੀ ਜਾਂਦੀ ਸਰਕਾਰ। ਠੀਕ ਹੈ, ਤਾਂ ਫਾਊਂਡੇਸ਼ਨ, ਕਨਸੈਪਸ਼ਨ ਦਾ ਮਤਲਬ ਫਾਊਂਡੇਸ਼ਨ, ਜਿਵੇਂ ਕਿ ਡੈਮੋਕ੍ਰੇਸੀ, ਡੈਮੋਕ੍ਰੇਸੀ ਨਹੀਂ ਯਾਨੀ ਕਿ ਫॉर ਦਾ ਪੀਪਲ, ਬਾਏ ਦਾ ਪੀਪਲ। ਠੀਕ ਹੈ, ਇਸ ਤੋਂ ਬਾਅਦ ਕਰੈਕਟਰ ਦੀ ਗੱਲ ਕਰੀਏ ਤਾਂ ਕਰੈਕਟਰ ਕੀ ਆ ਜਾਂਦੇ? ਉਸ ਗਵਰਨਮੈਂਟ ਦੇ ਜਾਂ ਉਸ ਕੌਂਸਟੀਟਿਊਸ਼ਨ ਦੇ ਫੀਚਰਸ ਆ ਜਾਂਦੇ ਆ। ਠੀਕ ਹੈ, ਵੀ ਉਹ ਫੀਚਰਸ ਆ ਉਹਨਾਂ ਦਾ ਕੰਮ ਕੀ, ਜਿਵੇਂ ਸੋਵਰਨਿਟੀ ਆਪਾਂ ਕਹਿੰਦੇ, ਫਰੈਟਰਨਿਟੀ ਹੋ ਗਿਆ, ਭਾਈਚਾਰਾ ਹੋ ਗਿਆ, ਇੰਟੀਗ੍ਰਿਟੀ ਹੋ ਗਿਆ, ਯੂਨਿਟੀ ਹੋ ਗਿਆ। ਠੀਕ ਹੈ ਨਾ, ਡੈਮੋਕ੍ਰੇਟੀ ਹੋ ਗਿਆ। ਠੀਕ ਹੈ, ਇਹ ਜਿਹੜੇ ਫੀਚਰ ਆ ਜਾਂਦੇ ਯਾਨੀ ਕਿ ਉਹਦੇ ਪ੍ਰੋਪਰਟੀਜ਼ ਕੀ ਆ, ਕਰੈਕਟਰ ਕੀ ਆ, ਕਰੈਕਟਰ, ਪ੍ਰੋਪਰਟੀਜ਼, ਫੀਚਰਸ ਆਫ ਦਾ ਕੌਂਸਟੀਟਿਊਸ਼ਨ।
ਆਰਗੇਨਾਈਜੇਸ਼ਨ ਇੱਕ ਪੂਰੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕੰਮ ਕਰਦੀ ਹੈ, ਇੱਕ ਪੂਰੀ ਸਟਰਕਚਰ ਹੈ। ਜਿਵੇਂ ਆਪਾਂ ਕਹਿੰਦੇ ਨੇ ਕਿ ਪਾਰਲੀਮੈਂਟਰੀ ਫਾਰਮ ਹੈ, ਪਾਰਲੀਮੈਂਟਰੀ ਫਾਰਮ ਦੇ ਵਿੱਚ ਕੀ ਹੈ, ਲੋਕ ਸਭਾ, ਰਾਜ ਸਭਾ, ਪ੍ਰੈਜ਼ੀਡੈਂਟ, ਠੀਕ ਹੈ। ਤਾਂ ਇਹ 3 ਮੈਂਬਰ ਹੈ, ਠੀਕ ਹੈ। ਲੋਕ ਸਭਾ, ਰਾਜ ਸਭਾ ਆਪਾਂ ਅਪਰ ਹਾਊਸ, ਲੋਅਰ ਹਾਊਸ ਕਹਿ ਦਿੰਦੇ ਹਾਂ, ਜਿਹੜਾ ਕਿ ਆਪਾਂ ਪੜ੍ਹ ਕੇ ਹਟੇ ਹਾਂ। ਤਾਂ ਪੂਰੀ ਆਰਗੇਨਾਈਜੇਸ਼ਨ ਹੈ, ਪੂਰੀ ਇੱਕ ਸਟਰਕਚਰ ਹੈ ਜਿੱਥੋਂ ਆਪਾਂ ਪੂਰੇ ਕੌਨਸਟੀਟਿਊਸ਼ਨ ਨੂੰ ਸਮਝ ਸਕਦੇ ਹਾਂ। ਪੂਰੀ ਆਪਾਂ ਕਹਿ ਸਕਦੇ ਹਾਂ ਵੀ ਗਵਰਨਮੈਂਟ ਹੈ ਜਿਹੜੀ ਕਿਵੇਂ ਵਰਕ ਕਰਦੀ ਉਹਨੂੰ ਆਪਾਂ ਸਮਝ ਸਕਦੇ ਹਾਂ। ਪੂਰੀ ਆਰਗੇਨਾਈਜੇਸ਼ਨ ਹੈ, ਯਾਨੀ ਕਿ ਸਟਰਕਚਰ ਆਫ ਦਾ ਕੌਨਸਟੀਟਿਊਸ਼ਨ। ਸੋ ਇਨ ਸ਼ਾਰਟ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਕੌਨਸਟੀਟਿਊਸ਼ਨ ਬੇਸਿਕਲੀ ਕੀ ਹੈ, ਇਜ਼ ਦਾ ਰੂਲ ਆਫ ਬੁੱਕਸ ਆਫ ਨੇਸ਼ਨ ਐਂਡ ਇਜ਼ ਦਾ ਸੁਪਰੀਮ ਲਾ ਆਫ ਲੈਂਡ। ਯਾਨੀ ਪੂਰਾ ਸੁਪਰੀਮ ਲਾ, ਯਾਨੀ ਕਿ ਜਿਹੜਾ ਉੱਚ ਇੱਕ ਲਾ ਹੈ ਜਿਹ ਤੋਂ ਉੱਤੇ ਕੁਛ ਨਹੀਂ ਹੈਗਾ, ਯਾਨੀ ਕਿ ਆਪਣਾ ਕੌਨਸਟੀਟਿਊਸ਼ਨ ਸਭ ਤੋਂ ਉੱਤੇ ਹੈ। ਕੌਨਸਟੀਟਿਊਸ਼ਨ ਤੋਂ ਇਲਾਵਾ ਦੇਸ਼ ਦੇ ਵਿੱਚ ਕੁਛ ਵੀ ਨਹੀਂ ਹੋ ਸਕਦਾ। ਸੋ ਕੌਨਸਟੀਟਿਊਸ਼ਨ ਇਜ਼ ਦਾ ਸੁਪਰੀਮ ਲਾ ਆਫ ਲੈਂਡ ਐਂਡ ਆਲ ਅਦਰ ਲਾਜ਼, ਜਿੰਨੇ ਵੀ ਹੋਰ ਲਾ ਹੈ, ਐਂਡ ਕਸਟਮਸ in order to be valid shall conform to the constitution। ਜਿੰਨੇ ਵੀ ਹੋਰ ਤਰੀਕੇ ਦੇ ਲਾਅ ਕਸਟਮਸ ਹੈ ਉਹ ਸਾਰੇ ਸਿਰਫ ਉਦੋਂ ਹੀ ਵੈਲਿਡ ਹੋਣਗੇ ਜਦੋਂ ਕੌਨਸਟੀਟਿਊਸ਼ਨ ਨੂੰ ਉਹ ਇੱਕ ਤਰ੍ਹਾਂ ਨਾਲ ਫੋਲੋ ਕਰਦੇ ਹੋਣਗੇ, ਕੌਨਸਟੀਟਿਊਸ਼ਨ ਦੇ ਵਿੱਚ ਹੀ ਕਨਫਰਮ ਹੋਣਗੇ। ਯਾਨੀ ਕਿ ਆਪਾਂ ਅਗੇਂਸਟ ਦਾ ਕੌਨਸਟੀਟਿਊਸ਼ਨ ਨਹੀਂ ਜਾ ਸਕਦੇ। ਜੇਕਰ ਅਗੇਂਸਟ ਜਾਓਗੇ ਤਾਂ ਉਹ ਸਕ੍ਰੈਪ ਕਰ ਦਿੱਤੇ ਜਾਣਗੇ। ਜਿਵੇਂ ਕਿ ਮੈਂ ਕਹਾਂ ਕਿ ਆਰਟੀਕਲ ਇੱਕ ਸੈਕਸ਼ਨ 66A ਸੀਗਾ IT ਦਾ, ਇਨਫੋਰਮੇਸ਼ਨ ਟੈਕਨੋਲੋਜੀ ਦਾ, ਤਾਂ ਉਹ ਇੱਕ ਲਾਅ ਜਿਹਾ ਬਣਿਆ ਸੀਗਾ, ਤਾਂ ਉਹ ਅਗੇਂਸਟ ਦਾ ਕੌਨਸਟੀਟਿਊਸ਼ਨ ਹੋ ਗਿਆ। ਹੁਣ ਉਹ ਲਾਅ ਬਣਤਾ ਗਿਆ, ਉਸ ਤੋਂ ਬਾਅਦ ਉਸ ਨੂੰ ਸਕ੍ਰੈਪ ਕਰ ਦਿੱਤਾ ਗਿਆ ਬਾਏ ਦਾ ਸੁਪਰੀਮ ਕੋਰਟ, ਯਾਨੀ ਕਿ ਉਹਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਕੌਨਸਟੀਟਿਊਸ਼ਨ ਦੇ ਅਗੇਂਸਟ ਹੋ ਗਿਆ। ਸੋ ਇਸੇ ਕਰਕੇ ਆ ਕਿ ਦੇਸ਼ ਦੇ ਵਿੱਚ ਕੋਈ ਵੀ ਲਾਅ ਬਣੂਗਾ, ਕੁਛ ਵੀ ਹੋਊਗਾ, ਉਹ ਕੌਨਸਟੀਟਿਊਸ਼ਨ ਦੇ ਅਗੇਂਸਟ ਨਹੀਂ ਜਾ ਸਕਦਾ। ਸੋ ਕੌਨਸਟੀਟਿਊਸ਼ਨ ਇਜ਼ ਦਾ ਰੂਲ ਆਫ ਬੁੱਕਸ ਆਫ ਦਾ ਨੇਸ਼ਨ ਐਂਡ ਦਾ ਸੁਪਰੀਮ ਲਾਅ ਆਫ ਲੈਂਡ ਔਰ ਨੇਸ਼ਨ, ਠੀਕ ਹੈ। ਸੋ ਹੁਣ ਕੌਨਸਟੀਟਿਊਸ਼ਨ ਦਾ ਟਰਮ ਹੋ ਗਈ, ਕੁਐਸਚਨ ਪੁੱਛੇ ਜਾਂਦੇ ਆ ਭਾਈ UPSC ਦੇ ਵਿੱਚ। ਜਦੋਂ ਤੁਸੀਂ ਡਿਟੇਲ ਦੇ ਵਿੱਚ ਪੜ੍ਹੋਗੇ ਨਾ, MCQ ਕਰੋਗੇ, ਮੈਂ ਵੀ MCQ ਕਰਵਾਊਂਗਾ, ਠੀਕ ਹੈ ਨਾ। PDF ਜਦੋਂ ਤੁਹਾਨੂੰ ਅਵੇਲੇਬਲ ਹੋਊਗੀ ਤਾਂ ਉਹਦੇ ਵਿੱਚ MCQ ਵੀ ਲਿਖੇ ਹੋਣਗੇ, ਤੁਹਾਨੂੰ ਮੈਂ ਸਾਰਾ ਕੁਝ ਅਵੇਲੇਬਲ ਕਰਵਾਊਂਗਾ, ਤੁਹਾਨੂੰ ਮੈਂ ਐਂਡ ਦੇ ਵਿੱਚ ਦੱਸੂੰਗਾ। ਸੋ ਵੀਡੀਓ ਦੇ ਐਂਡ ਵਿੱਚ ਬਣੇ ਰਹੋ। ਬਾਕੀ ਮੈਂ ਇਸ ਵੀਡੀਓ ਤੋਂ ਬਾਅਦ ਇੱਕ ਵੀਡੀਓ ਪਾ ਵੀ ਦਊਂਗਾ ਕਿ ਆਪਾਂ ਪੇਡ ਕੋਰਸ ਨੂੰ ਕਿਵੇਂ ਉਹਦੇ ਵਿੱਚ ਕੀ ਕੁਝ ਹੋਊਗਾ, ਠੀਕ ਹੈ। ਸੋ ਕੌਨਸਟੀਟਿਊਸ਼ਨਲਿਜ਼ਮ, ਹੁਣ ਕੌਨਸਟੀਟਿਊਸ਼ਨਲਿਜ਼ਮ ਕੀ ਹੈ? ਸੋ ਬੇਸਿਕਲੀ ਇਸ ਟਰਮ ਨੂੰ ਆਪਾਂ ਸਮਝਾਂਗੇ ਕਿ ਕੌਨਸਟੀਟਿਊਸ਼ਨ, ਜੇਕਰ ਮੰਨ ਲਓ ਆਪਾਂ ਕਹੀਏ ਕਿ ਕੌਨਸਟੀਟਿਊਸ਼ਨ ਹੈ, ਠੀਕ ਹੈ, ਹੈਵਿੰਗ ਕੌਨਸਟੀਟਿਊਸ਼ਨ ਇਟ ਸੈਲਫ ਇਜ਼ ਨਾਟ ਕੌਨਸਟੀਟਿਊਸ਼ਨਲਿਜ਼ਮ, ਠੀਕ ਹੈ। ਸੋ ਇਹ ਹੈ ਕੀ ਫਿਰ? ਇਹਦਾ ਮਤਲਬ ਇਹ ਆ ਕਿ ਇੱਕ ਸਿਸਟਮ ਹੈ ਜਿਹਦੇ ਵਿੱਚ ਗਵਰਨਮੈਂਟ ਆ, ਉਸ ਗਵਰਨਮੈਂਟ ਕੋਲੇ ਲਿਮਟਿਡ ਪਾਵਰਸ ਹੈ। ਹੁਣ ਲਿਮਟਿਡ ਪਾਵਰਸ ਦਾ ਮਤਲਬ ਕੀ ਆ? ਲਿਮਟਿਡ ਪਾਵਰਸ ਦਾ ਮਤਲਬ ਇਹ ਹੈ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ, ਉਹਨਾਂ ਕੋਲੇ ਇੰਨੀ ਪਾਵਰ ਹੈ ਨਹੀਂ ਕਿ ਉਹ ਲੋਕਾਂ ਦੇ ਖਿਲਾਫ ਹੋ ਜਾਊਗੀ ਜਾਂ ਕੌਨਸਟੀਟਿਊਸ਼ਨ ਦੇ ਖਿਲਾਫ ਹੋ ਜਾਊਗੀ। ਤਾਂ ਕੌਨਸਟੀਟਿਊਸ਼ਨਲਿਜ਼ਮ ਦਾ ਮਤਲਬ ਹੀ ਇਹ ਹੈ ਕਿ ਕੌਨਸਟੀਟਿਊਸ਼ਨ ਦੇ ਅਗੇਂਸਟ ਨਾ ਜਾਣਾ। ਇਟ ਮੀਨਸ ਏ ਸਿਸਟਮ ਹੈਵਿੰਗ ਲਿਮਟਿਡ ਗਵਰਨਮੈਂਟ। ਇਹ ਲਾਈਨ ਬਹੁਤ ਇੰਪੋਰਟੈਂਟ ਹੈ। ਕੌਨਸਟੀਟਿਊਸ਼ਨਲਿਜ਼ਮ ਤੋਂ UPSC ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤੇ ਲਾਈਨ ਡਿਟੋ ਲਿਖੀ ਹੋਈ ਸੀ, ਇਟ ਮੀਨਸ ਅ ਸਿਸਟਮ ਹੈਵਿੰਗ ਲਿਮਟਿਡ ਗਵਰਨਮੈਂਟ, ਇਟ ਮੀਨਸ ਅ ਸਿਸਟਮ ਹੈਵਿੰਗ ਅਨਲਿਮਟਿਡ ਗਵਰਨਮੈਂਟ ਜਾਂ ਵਗੈਰਾ ਵਗੈਰਾ। ਤਾਂ ਲਿਮਟਿਡ ਗਵਰਨਮੈਂਟ ਦਾ ਮਤਲਬ ਇਹੀ ਆ ਕਿ ਵਿਚ ਗਵਰਨਮੈਂਟ ਹੈਜ਼ ਲਿਮਟਿਡ ਪਾਵਰ। Limited government, that is a governance set up whose power is not unrestricted and arbitrary। Unrestricted ਦਾ ਮਤਲਬ ਕੀ ਹੈ ਕਿ ਉਹਨਾਂ ਦੀ ਜਿਹੜੀ ਪਾਵਰ ਹੈ ਉਹ ਰੈਸਟ੍ਰਿਕਟਡ ਹੈ, ਠੀਕ ਹੈ। ਅਨਰੈਸਟ੍ਰਿਕਟਡ ਦਾ ਮਤਲਬ ਕੀ ਹੁੰਦਾ ਹੈਗਾ? ਜਿਹੜੀ ਰਿਸਟ੍ਰਿਕਟਡ ਨਹੀਂ ਹੁੰਦੀ ਮਤਲਬ, ਠੀਕ ਹੈ। ਤਾਂ ਨਾਟ ਲਿਖਿਆ ਹੋਇਆ ਮੂਹਰੇ, ਤਾਂ ਕਹਿਣ ਦਾ ਮਤਲਬ ਰੈਸਟ੍ਰਿਕਟਡ ਹੈ ਪਾਵਰਸ ਉਹਨਾਂ ਦੀਆਂ। ਅਨਲਿਮਟਿਡ ਗਵਰਨਮੈਂਟ ਦਾ ਮਤਲਬ ਕੀ ਹੈ? ਜਿੱਥੇ ਪਾਵਰਸ ਰੈਸਟ੍ਰਿਕਟਡ ਨਹੀਂ ਹੈਗੀਆਂ, ਜਿਵੇਂ ਆਪਾਂ ਨਾਰਥ ਕੋਰੀਆ ਬਾਰੇ ਗੱਲ ਹੀ ਕਰ ਲਈਏ, ਠੀਕ ਹੈ ਨਾ। ਤਾਂ ਕਹਿਣ ਦਾ ਮਤਲਬ ਜਿਵੇਂ ਚਾਈਨਾ ਦੇ ਵਿੱਚ ਵੀ ਹੈ, ਜਾਂ ਜਿੱਥੇ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਡਿਕਟੇਟਰਸ਼ਿਪ ਹੈ, ਜਿੱਥੇ ਪਾਵਰਸ ਲੋਕਾਂ ਦੀ ਨਹੀਂ ਹੈਗੀਆਂ, ਵੋਟਾਂ ਨਹੀਂ ਪੈਂਦੀਆਂ, ਠੀਕ ਹੈ। ਤਾਂ ਉੱਥੇ ਸਰਕਾਰ ਜਿਹੜਾ ਕੁਛ ਚਾਹੁੰਦੀ ਆ ਉਹੀ ਕਰਦੀ ਆ। ਤਾਂ ਅਨਲਿਮਟਿਡ ਗਵਰਨਮੈਂਟ ਦਾ ਆਪਾਂ ਨੂੰ ਨੁਕਸਾਨ ਇਹੀ ਆ ਕਿ ਉੱਥੇ ਉਹ ਪਾਵਰਾਂ ਦਾ ਮਿਸਯੂਜ਼ ਕਰਦੇ ਆ। They concentrate high powers in one or few hands which may eventually encourage misuse of powers। ਤਾਂ ਮਿਸਯੂਜ਼ ਹੋ ਜਾਂਦਾ ਪਾਵਰਸ ਦਾ, ਲੋਕਾਂ ਦੀ ਨਹੀਂ ਸੁਣੀ ਜਾਂਦੀ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਹੈ। ਤਾਂ ਆਪਣੀ ਜਿਹੜੀ ਹੈਗੀ ਆ ਉਹ ਕੌਨਸਟੀਟਿਊਸ਼ਨਲਿਜ਼ਮ ਹੈ, ਯਾਨੀ ਕਿ ਆਪਣਾ ਜਿਹੜਾ ਗਵਰਨਮੈਂਟ ਹੈ ਲਿਮਟਿਡ ਪਾਵਰਸ ਹੈ, ਉਹਦੇ ਵਿੱਚ ਤੁਸੀਂ ਕਹਿ ਸਕਦੇ ਵੀ ਉਹ ਕੌਨਸਟੀਟਿਊਸ਼ਨ ਦੇ ਅਗੇਂਸਟ ਨਹੀਂ ਜਾ ਸਕਦੀਆਂ। ਲੋਕ ਸਰਕਾਰ ਨੂੰ ਡਿੱਗ ਵੀ ਸਕਦੇ ਆ। ਇਸ ਤਰੀਕੇ ਦੇ ਨਾਲ ਸਰਕਾਰ ਨੂੰ ਬਹੁਤ ਢੰਗ ਦੇ ਨਾਲ ਕੰਮ ਕਰਨਾ ਪੈਂਦਾ ਹੈਗਾ। ਲਿਮਟਿਡ ਗਵਰਨਮੈਂਟ ਦੇ ਇਹੀ ਫਾਇਦੇ ਆ। ਤਾਂ ਇਹ ਡੈਫੀਨੇਸ਼ਨ ਜਿਹੜੀ ਆ ਇੰਟਰਵਿਊ ਦੇ ਵਿੱਚ ਵੀ ਪੁੱਛੀ ਜਾਂਦੀ ਆ, ਥਿਊਰੀ ਦੇ ਵਿੱਚ ਵੀ ਪੁੱਛੀ ਜਾਂਦੀ ਆ, ਕੁਐਸਚਨਾਂ ਦੇ ਤੌਰ ਤੇ ਵੀ ਪੁੱਛਿਆ ਜਾਂਦਾ। ਸੋ ਇਸ ਤਰੀਕੇ ਨਾਲ ਮੈਂ ਕਰਵਾਇਆ ਗਾ। ਅਦਰ ਪੁਆਇੰਟਸ ਹੋਰ ਇੰਪੋਰਟੈਂਟ ਬਣਦੇ ਆ ਜਿਹੜੇ ਕਿ ਥੋੜ੍ਹੇ ਇੰਪੋਰਟੈਂਟਸ ਆ, ਜਿਹੜੇ ਕਿ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਮਿਨਿਸਟਰ ਹੈ
ਆਲਸੋ ਅ ਲੈਜਿਸਲੇਟਰ ਬਟ ਐਵਰੀ ਲੈਜਿਸਲੇਟਰ ਇਜ਼ ਨਾਟ ਅ ਮਿਨਿਸਟਰ। ਕਹਿਣ ਦਾ ਮਤਲਬ ਉਹੀ ਆ ਵੀ ਆਪਾਂ ਲੈਜਿਸਲੇਚਰ ਦੇ ਵਿੱਚ ਕਹਿੰਦੇ ਆ ਕਿ ਲਾਅ ਬਣਾਉਂਦੇ ਆ, ਲਾਅ ਮਿਨਿਸਟਰ ਨਹੀਂ ਬਣਾਉਂਦੇ, ਲਾਅ ਐਮਪੀਜ਼ ਬਣਾਉਂਦੇ ਆ। ਬਟ ਜਿਹੜਾ ਐਵਰੀ ਮਿਨਿਸਟਰ ਹੈ ਉਹ ਲੈਜਿਸਲੇਟਰ ਤਾਂ ਹੋ ਸਕਦਾ, ਕਿਉਂਕਿ ਐਮਪੀਆਂ ਦੇ ਵਿੱਚੋਂ ਹੀ ਆਪਾਂ ਮਿਨਿਸਟਰ ਚੁਣਦੇ ਆਂਗੇ। ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੀ ਆ, ਇਹ ਲਾਈਨ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ, ਠੀਕ ਹੈ। ਸੋ ਐਮਪੀ ਦਾ ਮਤਲਬ ਕੀ ਹੈ? ਮੈਂਬਰ ਆਫ ਪਾਰਲੀਮੈਂਟ। ਐਮਐਲਏ ਦਾ ਮਤਲਬ ਹੋ ਗਿਆ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਐਮਐਲਸੀ ਦਾ ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਹੋ ਗਿਆ। ਲੈਜਿਸਲੇਟਿਵ ਦਾ ਮਤਲਬ ਹੋ ਗਿਆ ਮੇਕਿੰਗ ਲਾਜ਼, ਆਪਾਂ ਪੜ੍ਹਿਆ ਹੀ ਆ। ਐਗਜ਼ੀਕਿਊਟਿਵ ਦਾ ਮਤਲਬ ਹੋ ਗਿਆ ਇੰਪਲੀਮੈਂਟਿੰਗ ਲਾਜ਼, ਅਤੇ ਜੁਡੀਸ਼ਰੀ ਦਾ ਮਤਲਬ ਹੋ ਗਿਆ ਇਨਫੋਰਸ ਦਾ ਲਾਜ਼। ਇਹ ਮੈਂ ਪੂਰੇ ਡਿਟੇਲ ਦੇ ਵਿੱਚ ਪੜ੍ਹਾਈ ਦਿੱਤਾ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਨੰਬਰ ਹੈਗਾ WhatsApp 'ਤੇ, ਤੁਸੀਂ ਡਿਟੇਲ ਵਗੈਰਾ ਪੁੱਛ ਸਕਦੇ ਹੋ। 8986906566। ਈਮੇਲ ਹੈ PCS Punjab 4927। ਇੱਥੇ ਤੁਸੀਂ ਕੋਈ ਵੀ ਕੁਐਰੀ ਵਗੈਰਾ। ਹੁਣ ਮੈਂ ਇਸ ਤੋਂ ਬਾਅਦ ਇੱਕ ਵੀਡੀਓ ਇੱਕ ਹੋਰ ਪਾਊਂਗਾ ਜਿਹੜਾ ਤੁਹਾਨੂੰ ਪਤਾ ਲੱਗ ਜੂ ਕਿ ਪੇਡ ਕੋਰਸ ਦੇ ਵਿੱਚ ਆਪਾਂ ਬੇਸਿਕਲੀ ਕਰਨਾ ਕੀ ਹੈ, ਠੀਕ ਹੈ। ਸੋ ਜ਼ਿਆਦਾ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਕੋਰਸ ਬਾਰੇ, ਤੁਸੀਂ ਇਸ ਨੰਬਰ 'ਤੇ ਮੈਸੇਜ ਵੀ ਕਰ ਸਕਦੇ ਹੋ ਅਤੇ ਮੇਲ ਵੀ ਕਰ ਸਕਦੇ ਹੋ। ਬਾਕੀ ਹੋਰ ਵੀ ਲਿੰਕ ਟੈਲੀਗ੍ਰਾਮ ਵਗੈਰਾ ਵੀ ਹੈਗਾ, ਤੁਸੀਂ ਉੱਥੇ ਵੀ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਹੋਪਫੁਲੀ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਆਪਾਂ ਬਹੁਤ ਡਿਟੇਲ ਦੇ ਵਿੱਚ ਨਾਲ MCQ ਦੀਆਂ PDF ਵੀ ਤੁਹਾਨੂੰ ਮਿਲਣਗੀਆਂ, ਬਹੁਤ ਡਿਟੇਲ ਦੇ ਵਿੱਚ ਕਰਾਂਗੇ। ਬਾਕੀ ਪੇਮੈਂਟ ਵਗੈਰਾ ਵਾਸਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਬਾਬਾ ਮਿਹਰ ਕਰੇ।